ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪ੍ਰੋਗਰਾਮ ਸਿੱਖ ਫਿਲਾਸਫੀ ਹਫ਼ਤਾਵਾਰੀ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ ਅਤੇ ਇਹ ਪ੍ਰੋਗਰਾਮ ਦੇ ਕਰਤਾ ਧਰਤਾ ਸਤਿਕਾਰਯੋਗ ਸਰਦਾਰ ਅਵਤਾਰ ਸਿੰਘ ਜੀ ਨਾਲ ਬੈਠੇ ਨੇ। ਭਾਈ ਸਾਹਿਬ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਿਛਲੇ ਪ੍ਰੋਗਰਾਮਾਂ ਦੇ ਵਿੱਚ ਆਪਾਂ ਨਾਮ ਸਿਮਰਨ, ਤੀਰਥ, ਦਰਸ਼ਨ, ਇਸ਼ਨਾਨ ਅਤੇ ਪਿਛਲੇ ਦੇ ਵਿੱਚ ਜਿਹੜਾ ਪਿਛਲੇ ਹਫ਼ਤੇ ਪ੍ਰੋਗਰਾਮ ਕੀਤਾ ਸੀ ਉਹ ਸੀ ਨਰਕ ਅਤੇ ਸੁਰਗ। ਗੁਰਮਤ ਉਹਦੇ ਬਾਰੇ ਕੀ ਕਹਿੰਦੀ ਹੈ। ਅਤੇ ਅੱਜ ਦੇ ਪ੍ਰੋਗਰਾਮ 'ਤੇ ਆਉਣ ਤੋਂ ਪਹਿਲਾਂ, ਕਿਉਂਕਿ ਪਿਛਲੇ ਪ੍ਰੋਗਰਾਮ ਜਿਸ ਤਰ੍ਹਾਂ ਅਸੀਂ ਬੇਨਤੀ ਕਰਦੇ ਹਾਂ, ਅਸੀਂ ਤੁਹਾਡੇ ਧੰਨਵਾਦੀ ਵੀ ਹਾਂ ਕਿ ਤੁਸੀਂ ਫੀਡਬੈਕ ਆਪਣੀ ਬਹੁਤ ਭੇਜਦੇ ਹੋ ਅਤੇ ਉਹ ਫੀਡਬੈਕ ਤੋਂ ਪਤਾ ਲੱਗਦਾ ਹੈ ਖਾਸ ਕਰਕੇ ਕਿ ਕਿਤਨੇ ਤੁਸੀਂ ਸਿਆਣੇ ਲੋਕ ਇਹ ਪ੍ਰੋਗਰਾਮ ਸੁਣਦੇ ਹੋ ਅਤੇ ਸੁਣ ਕੇ ਇਹ ਉਪਰਾਲਾ ਕਰਦੇ ਹੋ ਆਪਣੀ ਕਲਮ ਚੁੱਕ ਕੇ ਕਿ ਇਹਨਾਂ ਨੂੰ ਦੱਸੀਏ, ਫੀਡਬੈਕ ਭੇਜੀਏ ਵੀ ਚੰਗਾ ਪ੍ਰੋਗਰਾਮ ਚੰਗਾ ਸੀ ਜਾਂ ਮਾੜਾ ਸੀ। ਇਹਦੇ ਵਾਸਤੇ ਅਸੀਂ ਤੁਹਾਡਾ ਬਹੁਤ ਧੰਨਵਾਦ ਕਰਦੇ ਹਾਂ। ਅਤੇ ਜੋ ਫੀਡਬੈਕ ਪਿਛਲੇ ਹਫ਼ਤੇ ਆਈ ਸੀ ਪ੍ਰੋਗਰਾਮ ਨਰਕ ਅਤੇ ਸੁਰਗ ਦੀ, ਉਹਦੇ ਵਿੱਚ ਖਾਸ ਕਰਕੇ ਕੁਝ ਮੇਰੇ ਵੀਰ ਪੈਰ ਸ਼ੈਣ ਮਿਕਸ ਹੋ ਗਏ ਹੁਣ, ਕਿਉਂਕਿ ਅਸੀਂ ਪ੍ਰੋਗਰਾਮ ਪਹਿਲਾਂ ਕਰ ਚੁੱਕੇ ਹਾਂ। ਲੇਖਾ ਜੋਖਾ, ਹਿਸਾਬ ਕਿਤਾਬ ਕਿੱਦਾਂ ਹੁੰਦਾ ਹੈ, ਕਿੱਥੇ ਹੁੰਦਾ ਹੈ, ਕੌਣ ਇੰਦਰ ਹੈ, ਅਤੇ ਉਸ ਤੋਂ ਬਾਅਦ ਕੁਝ ਗੈਪ ਪੈ ਗਿਆ ਅਤੇ ਪਿਛਲੇ ਹਫ਼ਤੇ ਨਰਕ ਸੁਰਗ ਦਾ ਕੀਤਾ ਅਤੇ ਉਹਦੇ ਨਾਲ ਕਿਉਂਕਿ ਲਿੰਕ ਨਹੀਂ ਜੁੜਿਆ ਅਤੇ ਉਹ ਗੈਪ ਪੈਣ ਕਰਕੇ ਕੁਝ ਕਾਫੀ ਈਮੇਲਾਂ ਸਾਨੂੰ ਆਈਆਂ ਨੇ ਜਿਨ੍ਹਾਂ ਵਿੱਚ ਤੁਹਾਡੇ ਸਵਾਲਾਂ ਦੇ ਜਵਾਬ ਦੇਣ ਵਾਸਤੇ ਭਾਈ ਸਾਹਿਬ ਹਾਜ਼ਰ ਨੇ। ਅਤੇ ਖਾਸ ਕਰਕੇ ਜਿਹਨਾਂ ਉਹਨਾਂ ਦਾ ਮੈਂ ਜੇ ਬਰੀਫ ਕਰਕੇ ਉਹਨਾਂ ਦਾ ਨਿਚੋੜ ਕੱਢ ਦੇਵਾਂ, ਉਹ ਈਮੇਲ ਇਹ ਸੀ ਭਾਈ ਸਾਹਿਬ ਜੀ ਕਿ ਆਪੀ ਨੇ ਭੋਗ ਕੇ ਹੋਏ ਭਸਮਣ ਪੌਸਦਾ ਆਇਆ, ਵੱਡਾ ਹੋਆ ਦੁਨੀਦਾਰ, ਗੱਲ ਸੰਗਲ ਕੱਤ ਚਲਾਇਆ, ਅੱਗੇ ਕਰਨੀ ਕੀਰਤ ਵਾਚੀ ਹੈ, ਬਹਿ ਲੇਖਾ ਕਰ ਸਮਝਾਇਆ। ਆਹ ਜਿਹੜਾ ਨਾ ਇਹਦੇ ਵਿੱਚ ਅਸੀਂ ਭੁਲੇਖਾ, ਜਿਸ ਤਰ੍ਹਾਂ ਦੂਸਰਾ ਕੱਪੜੂ ਸੁਹਾਵਣਾ, ਇਹ ਵੀ ਪੌੜੀ ਆਉਂਦੀ ਹੈ ਅਤੇ ਅੱਗੇ ਲੇਖਾ ਜੋਖਾ ਹੁੰਦਾ ਹੈ, ਨਰਕ ਭੋਗਣਾ ਪੈਂਦਾ ਹੈ, ਪਾਪੀ ਕਰਮ ਕਮਾਮ ਦੇ ਕਰਦੇ ਹਾਏ ਹਾਏ। ਇਹ ਸਭ ਕੁਛ ਜੇ ਨਰਕ ਸੁਰਗ ਹੈ ਨਹੀਂ ਅਤੇ ਇਹ ਸਭ ਕੁਝ ਕਿੱਥੇ ਹੁੰਦਾ ਹੈ, ਆਹ ਭੁਲੇਖਾ ਹੈ। ਅਤੇ ਉਹਦਾ ਤੁਸੀਂ ਕਿਉਂਕਿ 2-3 ਈਮੇਲਾਂ ਤੁਹਾਡੇ ਕੋਲ ਵੀ ਨੇ, ਇਹਨਾਂ ਦਾ ਜਵਾਬ ਪਹਿਲਾਂ ਦੇ ਲਈਏ, ਫਿਰ ਆਪਾਂ ਅੱਜ ਦੇ ਸਬਜੈਕਟ ਜਿਹੜਾ ਹੈ ਉਹਦੇ ਉੱਤੇ ਚੱਲਾਂਗੇ। ਡਾਕਟਰ ਸਾਹਿਬ, ਜਿਹੜਾ ਦਰਅਸਲ ਸਬਜੈਕਟ ਸੀ ਨਾ ਪਿਛਲੇ ਹਫ਼ਤੇ ਦਾ, ਇੱਕ ਤੇ ਕਾਰਨ ਹੋ ਗਿਆ ਕਿ ਉਹਦੀ ਲੜੀ ਨਹੀਂ ਜੁੜੀ, ਅਤੇ ਦੂਸਰਾ ਇਹ ਹੋ ਗਿਆ ਕਿ ਜਿਹੜੀ ਗੱਲ ਅਸੀਂ ਕਹਿਣੀ ਚਾਹੁੰਦੇ ਸੀ ਉਹ ਇਹਨਾਂ ਸੱਜਣਾਂ ਦੀ ਪਕੜ 'ਚ ਨਹੀਂ ਆਈ। ਅਸੀਂ ਕਿਤੇ ਨਹੀਂ ਆਖਿਆ ਵੀ ਸਾਡੇ ਕੀਤੇ ਕਰਮਾਂ ਦਾ ਨਿਬੇੜਾ ਨਹੀਂ ਹੋਣਾ ਜੀ। ਅਸੀਂ ਕਿਤੇ ਨਹੀਂ ਆਖਿਆ ਕਿ ਅਸੀਂ ਜੋ ਮਰਜ਼ੀ ਪੈ ਕਰਦੇ ਰਹੀਏ ਉਹਦੀ ਸਾਨੂੰ ਸਜ਼ਾ ਨਹੀਂ ਮਿਲਣੀ, ਉਹਦਾ ਲੇਖਾ ਨਹੀਂ ਹੋਣਾ। ਅਸੀਂ ਇਹ ਕਿਹਾ ਭਈ ਅਕਸਰ ਮਨੁੱਖ ਇੱਕ ਬਣ ਚੁੱਕੀ ਧਾਰਨਾ ਦੇ ਮੁਤਾਬਕ ਨਰਕਾਂ ਤੋਂ ਡਰਦਾ ਸਵਰਗ ਦੀ ਪ੍ਰਾਪਤੀ ਵਾਸਤੇ ਕਰਮਕਾਂਡ ਦੀ ਬਿਰਤੀ ਦੇ ਅਧੀਨ ਹੋ ਕੇ ਉਹ ਕੁਝ ਕਰਦਾ ਹੈ ਜਿਹਨੂੰ ਗੁਰਮਤ ਨੇ ਕਰਨ ਤੋਂ ਰੋਕਿਆ ਹੈ। ਨਰਕ ਤੇ ਸੁਰਗ ਦੀ ਗੱਲ ਸਮਝਣ ਦੇ ਲਈ ਚਿੱਤਰਗੁਪਤ, ਧਰਮਰਾਜ, ਜਮਰਾਜ, ਜਮਦੂਤ, ਉਹ ਸਾਰੇ ਸਮਝਣੇ ਪੈਣਗੇ ਜਿਨ੍ਹਾਂ ਦੀ ਗੱਲ ਪਹਿਲਾਂ ਆਪਾਂ 3 ਪ੍ਰੋਗਰਾਮਸ ਦੇ ਵਿੱਚ ਕੀਤੀ ਸੀ। ਉਹ ਲੇਖਾ ਕਿੱਥੇ ਹੋਣਾ ਹੈ। ਇੱਕ ਸਰਦਾਰ ਜੀ ਨੇ ਈਮੇਲ ਕੀਤੀ ਹਾਲੈਂਡ ਤੋਂ, ਉਹਨਾਂ ਨੇ 2 ਗੁਰਬਾਣੀ ਦੀਆਂ ਉਦਾਹਰਨਾਂ ਦਿੱਤੀਆਂ, ਨਰਕ ਸਵਰਗ ਫਿਰ ਅਵਤਾਰ। ਪੂਰੀ ਪੰਕਤੀ ਹੈ, ਅਨਕ ਤਪੱਸਿਆ ਕਰੇ ਅਹੰਕਾਰ, ਨਰਕ ਸੁਰਗ ਫਿਰ ਅਵਤਾਰ। ਵੀ ਜਿਹੜਾ ਮਨੁੱਖ ਧਰਮ ਦੇ ਅਨੇਕਾਂ ਕੰਮ ਕਰਦਾ ਹੋਵੇ, ਅਨੇਕਾਂ ਕੰਮ ਧਰਮ ਦੇ ਕਰਨ ਦੇ ਬਾਵਜੂਦ ਵੀ ਜਿਹੜਾ ਉਹ ਹੰਕਾਰ ਕਰਦਾ ਹੈ, ਉਹ ਨਰਕ ਤੇ ਸਵਰਗ ਦੇ ਚੱਕਰ 'ਚ ਪੈ ਕੇ ਮੁੜ ਕੇ ਅਵਤਰਦਾ ਹੈ। ਮੁੜ ਅਵਤਾਰ, ਫਿਰ ਅਵਤਾਰ। ਅਵਤਾਰ ਦੇ ਲਫ਼ਜ਼ੀ ਅਰਥ ਹੈ ਅਵਤਰ। ਅਵਤਰ ਹੁੰਦਾ ਆਉਣਾ ਤੇ ਜਾਣਾ। ਜਿਹੜਾ ਮਨੁੱਖ ਵਾਹਿਗੁਰੂ ਦਾ ਨਾਮ ਵੀ ਬੇਸ਼ੱਕ ਜਪ ਲੈ, ਰੱਬ ਦਾ ਨਾਮ ਵੀ ਲੈ ਲੈ, ਭਗਤੀ ਵਾਲਾ ਕੰਮ ਵੀ ਕਰ ਲੈ, ਧਰਮੀ ਜੀਵਨ ਵੀ ਜਿਉ ਲੈ, ਉਸ ਦੇ ਬਾਵਜੂਦ ਵੀ ਹੰਕਾਰ ਕਰਦਾ ਜਿਹੜਾ, ਉਹਨੂੰ ਫਿਰ ਵਾਰ-ਵਾਰ ਇਸ ਧਰਤੀ ਦੇ ਉੱਤੇ ਆ ਕੇ ਨਰਕ ਸਵਰਗ ਭੋਗਣਾ ਪੈਂਦਾ ਹੈ। ਜਦੋਂ ਅਸੀਂ ਨਰਕ ਸਵਰਗ ਦੀ ਗੱਲ ਕਰਦੇ ਹਾਂ, ਇਹਦਾ ਮਤਲਬ ਇਹ ਹੈ ਕਿ ਕਿਤੇ 7ਵੇਂ ਅਸਮਾਨ ਦੇ ਉੱਤੇ ਉਸ ਵਾਹਿਗੁਰੂ ਨੇ ਕੋਈ ਕਚਹਿਰੀ ਨਹੀਂ ਬਣਾਈ ਹੋਈ, ਕਿਉਂਕਿ ਸਾਨੂੰ ਯਾਦ ਰੱਖਣ ਦੀ ਲੋੜ ਹੈ
चक्कर चेहन और वर्ण जात और पात नहन जय रूप रंग और रेख पेख को कह न सकत कह अचल मूरत अनपाव प्रकाश अमितोज कही जय कोट इंद्र इंद्रान शाह शाहान गणी जय। हर रोज सवेरे पढ़ते हैं ना, थोड़ा जिहा विचार के वेखिए, वो वाहिगुरु परमात्मा दा तां चक्कर चेन ही नहीं। उस वाहिगुरु परमात्मा ने ते बखरे तौर ते किते ऐसी कचहरी ऐसा स्थान नहीं बनाया होया। उन्हें तां साडे कीते कर्मां दा जिहड़ा फल आ वो साडे राहें ही, साडी अंतरात्मा राहें ही सानू देना है। दूसरी उन्हां दी उदाहरण सी नंगा दोजक चालिया तां दिसे खरा डरावना। ये भी आसा जी दी वार दा श्लोक है जी। पूरा श्लोक है। कपड़ रूप सुहावना छड़ दुनिया अंदर जावना मंदा चंगा अपना आपे ही कीता भावना हुक्म किए मन भांदे राह भीड़े अगे जावना नंगा दोजक चालिया तां दिसे खरा डरावना कर अवगण पछुतावना। नंगा दोजक चालिया तां दिसे खरा डरावना। मरण तो बाद जिस वेले चित्र गुप्त ने साडे सामने, साडी रूह दे सामने, साडे अनकॉन्शियस माइंड दे सामने साडे कीते होए कालियां करतूतां दा चिट्ठा साडे सामने रख देना ना, फिर उस वेले सानू अपने आप तो डर लगना है। नंगे दा मतलब यह है कि जिस वेले उन्हें साडे सारे पर्दे खोल दिते, जिस वेले कोई भुलेखा ना रहन दिता, वाहिगुरु दे कोलों बच के कित्थे, उस चित्रगुप्त कोलों धर्मराज कोलों बच के कित्थे जावांगे असीं? उत्थे कितना झूठ बोलांगे, किवें झूठियां गवाहियां देंगे? उत्थे तां सच्चे ही सच निबड़े चुण बख कढे जजमालिया। उत्थे तां जो काम कीता है वो करके उन्हें साडे सामने रख देना, बह लेखा कर समझाया, बिठा लेना कोल भी आ तेरे कर्मां दा लेखा है। जदों उन्हें लेखा साडे कीते कर्मां दा सानू समझा देना है, उस वेले फिर जदों साडियां करतूतां साडे सामने आउणियां फिर सानू अपने आप तो बड़ा डर लगना है। ते वो जिहड़ी डर दी अवस्था जिहड़ी है उस तो बाद विच जिहड़ियां अगले जन्मां दे विच जां अगला होर जिहड़ी खेड़ आ उस वाहिगुरू दी ਉਹਦੇ ਮੁਤਾਬਕ ਜਿਹੜੀਆਂ ਸਜ਼ਾਵਾਂ ਮਿਲਣੀਆਂ ਉਹਨੂੰ ਹੀ ਨਰਕ ਦਾ ਨਾਂ ਦਿੱਤਾ ਗਿਆ ਹੈ। ਇਸ ਕਰਕੇ ਇਹ ਬਿਲਕੁਲ ਨਾ ਸਮਝਿਓ ਭਈ ਮਨੁੱਖ ਨੂੰ ਆਪਣੇ ਕੀਤੇ ਕੰਮਾਂ ਦੀ ਸਜ਼ਾ ਨਹੀਂ ਮਿਲਣੀ। ਪਰ ਇੱਕ ਸੱਜਣ ਜੀ ਨੇ ਦੂਸਰੀ ਈਮੇਲ ਜਿਹੜੀ ਸੀ, ਮੈਂ ਦੋ ਈਮੇਲਾਂ ਡਾਕਟਰ ਸਾਹਿਬ ਇਸ ਕਰਕੇ ਸਿਲੈਕਟ ਕੀਤੀਆਂ, ਪਿਛਲੇ ਪ੍ਰੋਗਰਾਮ ਦੀਆਂ ਸਭ ਤੋਂ ਜ਼ਿਆਦਾ ਈਮੇਲਸ ਆਈਆਂ ਜੀ। ਦੋ ਈਮੇਲਸ ਤੇ ਇੱਕ ਟੈਲੀਫੋਨ ਨੂੰ ਛੱਡ ਕੇ ਬਹੁਤ ਵੱਡੀ ਗਿਣਤੀ ਦੇ ਵਿੱਚ ਸਾਡੇ ਦਰਸ਼ਕਾਂ ਨੇ ਇਸ ਪ੍ਰੋਗਰਾਮ ਨੂੰ ਪਸੰਦ ਕੀਤਾ ਹੈ। ਇਹ ਦੋ ਈਮੇਲਾਂ ਦਾ ਜ਼ਿਕਰ ਕਰਨਾ ਇਸ ਕਰਕੇ ਲਾਜ਼ਮੀ ਹੈ ਕਿ ਇਹ ਜਿਹੜੇ ਸਵਾਲ ਇਹਨਾਂ ਨੇ ਰੇਜ਼ ਕੀਤੇ ਨਾ ਦੋ ਸੱਜਣਾ ਨੇ ਜੀ, ਇਹ ਸਵਾਲ ਹੋਰ ਵੀ ਕਈਆਂ ਦੇ ਹੋਣੇ ਆ। ਇਸ ਕਰਕੇ ਕਿਉਂਕਿ ਸਾਡੀ ਇੱਕ ਧਾਰਨਾ ਬਣ ਚੁੱਕੀ ਹੈ, ਪਤਾ ਨਹੀਂ ਕਦੋਂ ਤੋਂ ਅਸੀਂ ਸੁਣਦੇ ਆਉਂਦੇ ਆ ਚੰਗੇ ਕੰਮ ਕਰਾਂਗੇ ਸਵਰਗਾਂ ਨੂੰ ਜਾਵਾਂਗੇ, ਮਾੜੇ ਕੰਮ ਕਰਾਂਗੇ ਨਰਕਾਂ ਨੂੰ ਜਾਵਾਂਗੇ। ਗੁਰਮਤ ਦਾ ਨਿਸ਼ਾਨਾ ਸਵਰਗਾਂ ਦੀ ਪ੍ਰਾਪਤੀ ਨਹੀਂ ਹੈ। ਇਹਨਾਂ ਸੱਜਣਾ ਨੇ ਇੱਕ ਲਿਖਿਆ ਗੱਲ ਇਹ ਵੀ there is absolutely no doubt that saints do not care or bother about the nark or swarg because they done enough bandagi naam di kamai to become one with the God. Exactly. जो ਗੁਰਮੁਖਾਂ ਨੇ ਬਣ ਕੇ ਸੰਤਾਂ ਨੇ ਭਗਤਾਂ ਨੇ ਜੋ ਕੀਤਾ ਹੈ ਉਹ ਹੀ ਕਰਨ ਦੀ ਆਗਿਆ ਸਿੱਖਾਂ ਨੂੰ ਗੁਰੂ ਸਾਹਿਬ ਨੇ ਕੀਤੀ ਹੈ। ਅਸਾਂ ਵੀ ਉੱਥੇ ਜਾਣਾ। ਸਾਡੀ ਵੀ ਜਿਹੜੀ ਮੰਜ਼ਿਲ ਹੈ ਸਵਰਗ ਨਹੀਂ ਹੈ। ਸਾਡੀ ਵੀ ਮੰਜ਼ਿਲ ਉਹ ਹੈ ਕਿ ਅਸੀਂ ਆਪਣੇ ਜੀਵਨ ਰਾਹੀਂ ਨਰਕ ਸਵਰਗ ਤੋਂ ਉੱਪਰ ਉੱਠ ਜਾਈਏ। ਜਿਵੇਂ ਉਹਨਾਂ ਸੰਤਾਂ ਭਗਤਾਂ ਨੇ ਨਰਕ ਸਵਰਗ ਦੀ ਪਰਵਾਹ ਨਹੀਂ ਕੀਤੀ, ਤਿਵੇਂ ਹੀ ਅਸੀਂ ਵੀ ਨਰਕ ਸਵਰਗ ਦੀ ਪਰਵਾਹ ਨਾ ਕਰੀਏ। ਆਪਣੇ ਕੰਮ ਜਿਹੜੇ ਹੈਗੇ ਨੇ ਧਰਮ ਦੇ ਕਿਰਤ ਕਰੀਏ, ਧਰਮ ਦੀ ਨਾਮ ਜਪੀਏ, ਵੰਡ ਕੇ ਛਕੀਏ। ਤੇ ਫਿਰ ਇਹ ਕਰਦਿਆਂ ਇਸ ਗੱਲ ਦਾ ਖਿਆਲ ਨਾ ਕਰੀਏ ਮਨੇ ਨਾ ਕੀਜੇ ਆਸ ਦੀ ਜਿਹੜੀ ਅਵਸਥਾ ਗੁਰਬਾਣੀ ਨੇ ਸਾਨੂੰ ਦਿੱਤੀ ਹੈ। ਲੰਬੀ ਬੜੀ ਈਮੇਲ ਇਹਨਾਂ ਨੇ ਹੋਰ ਕਈ ਗੱਲਾਂ ਲਿਖੀਆਂ। ਗੁਰਬਾਣੀ ਸੇਜ਼ 84 ਨਰਕ ਸਾਕਤ ਭੋਗਵੇ। ਬਿਲਕੁਲ ਠੀਕ ਹੈ, 84 ਨਰਕ, ਇੱਕ ਨਰਕ ਨਹੀਂ। ਉਹ ਜਿਹੜੇ 84 ਨਰਕ ਹੈ ਜਿਹੜਾ ਸਾਕਤ, ਉਹ ਮਨੁੱਖ ਜਿਹੜਾ ਅਕਾਲ ਪੁਰਖ ਤੋਂ ਬੇਮੁਖ ਹੈ, ਜਿਹੜਾ ਪਰਮਾਤਮਾ ਦੀ ਕੁਦਰਤ ਨੂੰ, ਪਰਮਾਤਮਾ ਦੀ ਹੋਂਦ ਨੂੰ ਨਹੀਂ ਸਵੀਕਾਰਦਾ, ਪਰਮਾਤਮਾ ਦੇ ਗੁਣ ਨਹੀਂ ਗਾਉਂਦਾ ਹੈ, ਗੁਰਬਾਣੀ ਕਹਿੰਦੀ ਉਹ 84 ਕਿਸਮ ਦੇ ਨਰਕ ਭੋਗਦਾ ਹੈ। ਤੇ ਅਸੀਂ ਤਾਂ ਇੱਕ ਨਰਕ ਦੀ ਗੱਲ ਕਰਦੇ ਹਾਂ। ਜਦੋਂ 84 ਨਰਕਾਂ ਦੀ ਗੱਲ ਹੁੰਦੀ ਹੈ ਫਿਰ ਸੋਚਣਾ ਪਊਗਾ ਨਾ ਉਹ ਕਿਹੜੇ 84 ਨਰਕ ਹੈ ਜਿਨ੍ਹਾਂ ਦੀ ਗੱਲ ਗੁਰਬਾਣੀ ਨੇ ਕੀਤੀ ਹੈ। ਉਹ ਜਿਹੜੇ 84 ਨਰਕ ਹੈ
ਅਸੀਂ ਆਪਣੇ ਜੀਵਨ 'ਚ ਆਪਣੇ ਕਰਮਾਂ ਦਾ ਫਲ ਭੁਗਤਣ ਦੇ ਲਈ ਉਹ ਭੁਗਤਦੇ ਹਾਂ। ਉਹਨਾਂ ਨੇ ਇੱਕ ਹੋਰ ਉਦਾਹਰਨ ਦਿੱਤੀ ਹੈ, ਇਫ ਦੇ ਕੈਨ ਵੀ ਆਗਾਸਾਂ ਆਗਾਸ ਲੱਖ ਪਤਾਲਾਂ ਪਤਾਲ ਐਂਡ ਪੀਪਲ ਲਿਵਿੰਗ ਦੇयर ਦੈਨ ਇਟ ਇਜ਼ ਨਾਟ ਇੰਪੋਸੀਬਲ ਫॉर ਨਰਕ ਐਂਡ ਸਵਰਗ ਟੂ ਐਗਜ਼ਿਸਟ ਐਜ਼ ਵੈਲ। ਬਿਲਕੁਲ ਠੀਕ ਹੈ। ਉਹ ਨਰਕ ਤੇ ਸਵਰਗ ਵਾਸਤੇ ਵੱਖਰੀ ਧਰਤੀ ਦੀ ਕੀ ਲੋੜ ਹੈ? ਉਹ ਨਰਕ ਸਵਰਗ ਤਾਂ ਇਸ ਧਰਤੀ ਉੱਤੇ ਹੀ ਪਸਰਿਆ ਹੋਇਆ। ਜਦੋਂ ਅਸੀਂ ਪਿਛਲੇ ਹਫ਼ਤੇ ਗੱਲ ਕੀਤੀ ਸੀ ਕਿ ਸਿੱਖ ਵਾਸਤੇ ਤਾਂ ਸਵਰਗ ਹੀ ਉਹ ਹੈ ਜਿੱਥੇ ਉਹ ਵਾਹਿਗੁਰੂ ਦੇ ਨਾਮ ਦੀ ਗੱਲ ਹੁੰਦੀ ਹੋਵੇ, ਜਿੱਥੇ ਵਾਹਿਗੁਰੂ ਦੇ ਹੁਕਮ ਦੀ ਰਜ਼ਾ ਦੀ ਭਾਣੇ ਦੀ ਗੱਲ ਹੁੰਦੀ ਹੋਵੇ। ਆਪਾਂ ਸਾਰੇ ਸਿਆਣੇ ਹੋ। ਇਹ ਜਿਹੜਾ ਸੱਜਣਾ ਨੇ ਈਮੇਲਾਂ ਲਿਖੀਆਂ ਬੜੇ ਸਿਆਣੇ ਸੁਲਝੇ ਹੋਏ ਨੇ। ਇਹਨਾਂ ਨਾਲ ਪਹਿਲਾਂ ਵੀ ਮੇਰੀ ਈਮੇਲਸ ਜਿਹੜੀ ਹੈਗੀ ਆ ਉਹਨਾਂ ਦੀ ਕੋਰਸਪੋਂਡੈਂਸ ਹੈਗੀ ਨੇ ਪਿਛਲੇ ਸਮੇਂ ਤੋਂ। ਸਿਆਣੇ ਲੋਕ ਹੋ ਤੁਸੀਂ। ਇਸ ਕਰਕੇ ਇਹ ਗੱਲ ਧਿਆਨ 'ਚ ਰੱਖਣ ਯੋਗ ਹੈ ਕਿ ਸਾਡੇ ਵਾਸਤੇ ਗੁਰਬਾਣੀ ਨੇ ਆਪਣੇ ਆਪ ਨੂੰ ਇਸ ਲੈਵਲ 'ਤੇ ਲੈ ਕੇ ਜਾਣ ਦਾ ਨਿਸ਼ਾਨਾ ਮਿਥਿਆ ਹੈ ਜਿੱਥੇ ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉਂ ਪਾਣੀ ਸੰਗ ਪਾਣੀ। ਕਬੀਰ ਸਾਹਿਬ ਕਹਿੰਦੇ ਨੇ ਅਬ ਤੋਂ ਆਏ ਚੜੇ ਸਿੰਘਾਸਨ ਮਿਲੇ ਹੈ ਸਾਰੰਗ ਪਾਣੀ ਰਾਮ ਕਬੀਰਾ ਏਕ ਭਏ ਹੈ ਕੋਈ ਨਾ ਸਕੇ ਪਛਾਣੀ। ਇਹ ਜਿਹੜਾ ਨਿਸ਼ਾਨਾ ਹੈ ਇਹ ਸਿਰਫ ਕਬੀਰ ਸਾਹਿਬ ਵਾਸਤੇ ਨਹੀਂ ਹੈ, ਇਹ ਨਿਸ਼ਾਨਾ ਬਾਕੀ ਦੇ ਭਗਤਾਂ ਵਾਸਤੇ ਨਹੀਂ ਹੈ, ਉਹ ਤਾਂ ਪਹੁੰਚੇ ਹੋਏ ਨੇ। ਇਹ ਜਿਹੜਾ ਨਿਸ਼ਾਨਾ ਹੈ ਇਹ ਸਾਡੇ ਵਾਸਤੇ ਹੈ। ਉਹ ਸਾਰੀ ਗੱਲ ਕਰਨ ਦਾ ਜਿਹੜਾ ਸਾਡਾ ਮਤਲਬ ਸੀ ਉਹ ਇਹ ਸੀ ਕਿ ਸਾਡੀ ਕਿਤੇ ਦੌੜ ਸਵਰਗ ਦੀ ਪ੍ਰਾਪਤੀ ਤੱਕ ਸੀਮਤ ਨਾ ਹੋ ਜਾਏ। ਸਾਡੀ ਕਿਤੇ ਜ਼ਿੰਦਗੀ ਦਾ ਜਿਹੜਾ ਨਿਸ਼ਾਨਾ ਹੈ ਉਹ ਇੱਥੋਂ ਤੱਕ ਸੀਮਤ ਨਾ ਹੋ ਜਾਏ ਕਿ ਕਰਮਕਾਂਡੀ ਜੇ ਕਰੀਏ, ਆਹ ਕਰ ਲਈਏ, ਆਹ ਕਰ ਲਈਏ, ਆਹ ਕਰ ਲਈਏ ਤੇ ਸਵਰਗ ਦੀ ਪ੍ਰਾਪਤੀ ਹੋ ਜਾਊਗੀ, ਨਰਕ ਤੋਂ ਬਚਾਅ ਹੋ ਜਾਊਗਾ। ਤਾਂ ਕਿ ਇਹਦੇ ਨਾਲ ਸਾਨੂੰ ਉਹ ਜਿਹੜਾ ਕਹੋ ਨਾਨਕ ਇਹ ਖੇਲ ਕਠਨ ਹੈ। इकबाल का शेर है, फरिश्तों से बेहतर है इंसान बनना मगर इसमें लगती है मेहनत ज़्यादा। बलिहारी गुर अपने दिओहाड़ी सदवार जिन मानस ते देवते की करत न लागी बार। ये साडी जिंदगी का निशाना है। जे सचमुच ही गुरु ग्रंथ साहब नूं गुरु हाजरा हजूर गुरु मन के मत्था टेकदे हां ते गुरु ने सानू आख्या है कि अपने गुरु तो दिहाड़ी विच 100 वारी सदके जाया कर, क्योंकि उन्हें मानस तो देवते करता सानू ते देवते करन लग्गियां देर भी नहीं लाई। साडी तां जिंदगी का निशाना ये है। पिछले हफ्ते दे नरक ते स्वर्ग की गल करन दा सारा जिहड़ा निशाना सी साडा वो ये सी भई असी एक कर्मकांडी बिरती दे अधीन नरक तो डर के स्वर्ग की प्राप्ति के लालच दे विच कर्मकांडी होके रिचुअलाइज्ड जिहा जिंदगी अपनी ना जीवीए, अपने अमलों नूं, अपने गुणां नूं, अपनी जिंदगी के चलन नूं ठीक कर लईए। जिस वेले गुरु नानक साहब नूं मक्के दे काजियां ने पुछया सी ना पुछण खोल किताब नूं हिंदू वड्डा के मुसलमान होई, बाबा आखे हाजियां शुभ अमलों वाजों दोनों रोई। गुरमत दा सिद्धांत शुभ अमलों ते टिकिया होया है। ते साडी तां बेनती करन दा मतलब ही ये सी कि असीं इहो जी दौड़ तो दूर उपर उठ के अपने शुभ अमलों का यतन जिहड़ा वो करन वास्ते गुरु की शरण च आ जाइए। गुरु की शरण च आउण नाल गुरु की सिक्ख्या की कला वरत जानी है। जे साडा विश्वास है फिर गुरु ने तां उस अवस्था ते पहुँचा देना है। राम कबीरा एक भै है वाली जिहड़ी अवस्था है वो हो जानी है। एक सज्जन का फोन आया भी भगत ते सतगुरु दे विच कोई फर्क नहीं हुंदा, तुसीं भगत क्यों आख्या। मैं उन्हां सज्जनां नूं भी जवाब देना चाहुंदा है, गुरबाणी ते आखदी आ भगत ते सतगुरु तां दूर दी गल, भगत ते अकाल पुरख दे विच कोई भेद नहीं हुंदा, सारे एक ही रूप हुंदे ने। इस करके सानूं ऐसियां छोटियां छोटियां गल्लां जिहड़ियां ना अपनी विरती दे मुताबिक शंके निवृत्त करने लाजमी गल है, कर लैनी चाहिए है। पर सारी दी सारी जिहड़ी गल गुरबाणी दी है डॉक्टर साहब वो तो यह है भई अपने आप नूं गुरु दे दस्से रस्ते ते चल के अकाल पुरख दे भाणे दे विच ओहदी रज़ा दे विच जिंदगी जीऊं के अपना जीवन आनंदमई किवें करना। जे नरकां तो डरदे ही रहे फिर काहदा आनंद जिंदगी दा। मंजिल जिहड़ी है अपनी वो है आनंद, उस मंजिल ते पहुँचना है। ते भगत कबीर जी कहते हैं कि जिहड़े बैकुंठ है वो किसी सतवें आकाश ते नहीं। कह कबीर कहो कबीर एक कहिए काहे साध संगत बैकुंठे आए। साध संगत दे विच बैठ के उस वाहिगुरू दे सिमरन नाल जुड़ना इहो बैकुंठ है। अते जे असी संगत तो दूर गुरु दे आशे तो दूर तां फिर जितने नरक से मनमुख भोगे गुरमुख लिप्त न मासा है। ये जो
ਸਵਰਗ ਨਰਕ ਦੀ ਭਾਈ ਸਾਹਿਬ ਜੀ ਨੇ ਦੱਸਿਆ ਹੈ ਕਿ ਜੋ ਅਸੀਂ ਪਿਛਲੇ ਹਫ਼ਤੇ ਨਾਲ ਕੋਸ਼ਿਸ਼ ਕੀਤੀ ਹੈ ਉਹ ਸਿਰਫ ਇਹ ਕੋਸ਼ਿਸ਼ ਸੀ ਕਿ ਅਸੀਂ ਕਰਮਕਾਂਡੀ ਬਣ ਕੇ ਨਾ ਰਹਿ ਜਾਈਏ। ਅਸੀਂ ਕਰਮਕਾਂਡ ਤੋਂ ਉੱਤੇ ਉੱਠ ਕੇ ਜੋ ਸਾਡਾ ਨਿਸ਼ਾਨਾ ਸਤਿਗੁਰੂ ਨੇ ਦੱਸਿਆ ਹੈ, ਜਿਸ ਤਰ੍ਹਾਂ ਬਾਣੀ ਵਿੱਚ ਵੀ ਕਹਿੰਦੇ ਨੇ, ਆ ਈਮੇਲ ਵੀ ਆਈ ਹੈ ਕਿ ਭਗਤਾਂ ਨੂੰ ਉਹਨਾਂ ਨੂੰ ਤੇ ਨਰਕ ਸੁਰਗ ਹੈ ਹੀ ਨਹੀਂ। ਉਸ ਮੰਜ਼ਿਲ ਤੇ ਅਸੀਂ ਵੀ ਪਹੁੰਚਣਾ ਹੈ। ਗੁਰਸਿੱਖ ਨੇ ਜਿੱਥੇ ਕੋਈ ਨਾ ਨਰਕ ਹੈ ਨਾ ਕੋਈ ਸੁਰਗ ਹੈ, ਉੱਥੇ ਆਨੰਦ ਹੀ ਆਨੰਦ ਹੈ। ਆਨੰਦ ਹੈ ਮੰਜ਼ਿਲ, ਤੇ ਆਨੰਦ ਉਹ ਵਾਹਿਗੁਰੂ ਸਰੂਪ ਹੈ। ਹੁਣ ਡਾਕਟਰ ਸਾਹਿਬ, ਮੈਨੂੰ ਤੁਹਾਡੀ ਗੱਲ 'ਚੋਂ ਇੱਕ ਗੱਲ ਮੈਨੂੰ ਮੇਰੇ ਧਿਆਨ 'ਚ ਆ ਜੀ। ਗਈ, ਮੈਂ ਸਾਂਝੀ ਕਰਨਾ ਬਰੀਫਲੀ। ਅਕਸਰ ਇਹ ਕਿਹਾ ਜਾਂਦਾ ਹੈ ਵੀ ਜਿਹੜੇ ਲੋਕ ਰੱਬ ਦੀ ਗੱਲ ਮੰਨਣ ਵਾਲੇ ਨੇ, ਰੱਬ ਦੀ ਭਗਤੀ ਕਰਨ ਵਾਲੇ ਨੇ, ਰੱਬ ਦਾ ਨਾਮ ਜਪਣ ਵਾਲੇ ਨੇ, ਉਹਨਾਂ ਨੂੰ ਕੋਈ ਤਕਲੀਫ ਨਹੀਂ ਹੁੰਦੀ। ਅਕਸਰ ਸਵਾਲ ਕੀਤਾ ਜਾਂਦਾ ਹੈ ਵੀ ਜੇ ਉਹਨਾਂ ਲੋਕਾਂ ਨੂੰ ਤਕਲੀਫ ਨਹੀਂ ਹੁੰਦੀ, ਫਿਰ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੂੰ 3 ਦਿਨ ਲਗਾਤਾਰ ਤਸੀਹੇ ਦੇ ਕੇ ਸ਼ਹਾਦਤ ਦੇਣੀ ਪਈ, ਤੇ ਕੀ ਉਹਨਾਂ ਨੂੰ ਸਰੀਰਕ ਤੌਰ ਤੇ ਤਕਲੀਫ ਨਹੀਂ ਹੋਈ? ਉਹ ਕੀ ਸੀ? ਬਾਕੀ ਦੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਸ਼ਹੀਦ ਕੀਤਾ ਗਿਆ, ਉਹਨਾਂ ਦੇ ਨਾਲ 3 ਸਿੱਖਾਂ ਨੂੰ ਉਹ ਤਰੀਕਿਆਂ ਨਾਲ ਸ਼ਹੀਦ ਕੀਤਾ ਗਿਆ ਜਿਹਨੂੰ ਸੋਚ ਕੇ ਹੀ ਸਾਡੇ ਸਰੀਰ ਦੇ ਲੂੰ ਕੰਡੇ ਖੜ ਜਾਂਦੇ ਆ। ਹੋਰ ਅਨੇਕਾਂ ਐਸੀਆਂ ਸ਼ਹਾਦਤਾਂ ਹੋਈਆਂ, ਕੀ ਉਹਨਾਂ ਨੂੰ ਤਕਲੀਫ ਨਹੀਂ ਹੋਈ? ਕੀ ਉਹ ਸਜ਼ਾ ਸੀ ਕਿਸੇ ਗੱਲ ਦੀ? ਇਹ ਆਨੰਦ ਦੀ ਐਕਸਟ੍ਰੀਮ ਸਟੇਜ ਹੈ। ਜਿਹੜਾ ਮਨੁੱਖ ਆਨੰਦ ਦੀ ਅਵਸਥਾ ਤੇ ਪਹੁੰਚ ਜਾਂਦਾ ਨਾ, ਉਹਨਾਂ ਨੂੰ ਫਿਰ ਇਹੋ ਜਿਹੀਆਂ ਜਿਹੜੇ ਸਰੀਰਕ ਦੁੱਖ ਤਕਲੀਫਾਂ ਹੁੰਦੀਆਂ ਨਾ, ਉਹ ਫਿਰ ਨਰਕ ਨਹੀਂ ਲੱਗਦਾ। ਉਹਨੂੰ ਉਸ ਸਿਰ ਦੇ ਉੱਤੇ ਚੱਲ ਰਹੇ ਆਰੇ ਦੇ ਸਮੇਂ ਵੀ ਉਹ ਸਵਰਗ ਦੇ ਵਿੱਚ ਬੈਠਾ ਹੁੰਦਾ, ਕਿਉਂਕਿ ਉਹਦੀ ਜਿਹੜੀ ਬਿਰਤੀ ਹੈ ਉਹ ਆਪਣੇ ਅਕਾਲ ਪੁਰਖ ਨਾਲ ਤੇ ਆਪਣੇ ਗੁਰੂ ਦੇ ਚਰਨਾਂ ਨਾਲ ਜੁੜੀ ਹੋਈ ਹੁੰਦੀ ਹੈ। ਸਰੀਰਕ ਦੁੱਖ ਤਕਲੀਫ ਨੂੰ ਕੋਈ ਨਰਕ ਸਵਰਗ ਦਾ ਦਰਜਾ ਦੇ ਦੇ ਜੇ, ਇਹ ਉਹਦੀ ਭੁੱਲ ਹੈ। ਇਵੇਂ ਨਹੀਂ ਹੁੰਦਾ। ਜਿਹੜਾ ਨਰਕ ਤੇ ਸਵਰਗ ਸਾਡੇ ਮਨ ਦੀ ਅਵਸਥਾ ਹੈ। ਜਦੋਂ ਅਸੀਂ ਵਿਕਾਰਾਂ ਦੀ ਅੱਗ ਦੇ ਵਿੱਚ ਸੜਦੇ ਹਾਂ ਤੇ ਸਮਝੋ ਨਰਕ ਦੀ ਅੱਗ ਵਿੱਚ ਸੜਦੇ ਹਾਂ। ਜਦੋਂ ਵਾਹਿਗੁਰੂ ਦੀ ਰਜ਼ਾ ਦੇ ਵਿੱਚ ਆਨੰਦ ਦਾ ਜੀਵਨ ਜਿਉਂਦੇ ਹਾਂ, ਉਹਦਾ ਨਾਮ ਨਿਤਨੇਮ ਕਰਦੇ ਹਾਂ, ਉਹਦੀ ਨਾਲ ਜੁੜ ਕੇ ਰਹਿੰਦੇ ਹਾਂ, ਆਨੰਦ ਲੈਂਦੇ ਹਾਂ, ਭਾਵੇਂ ਫਿਰ ਸਿਰ ਤੇ ਆਰਾ ਵੀ ਚੱਲਦਾ ਹੋਵੇ ਉਹਨਾਂ ਮਹਾਂਪੁਰਖਾਂ ਦੇ ਸਿਰ ਦੇ ਉੱਤੇ, ਤਾਂ ਵੀ ਉਹ ਆਨੰਦ ਵਿੱਚ ਰਹਿੰਦੇ ਨੇ। ਉਹ ਜਿਹੜੀ ਅਵਸਥਾ ਹੈ ਉਹ ਉਹਨਾਂ ਵਾਸਤੇ ਸਵਰਗ ਦੀ ਅਵਸਥਾ ਆਪਾਂ ਇਵੇਂ ਵੀ ਸਮਝ ਸਕਦੇ ਹਾਂ। ਸਾਡਾ ਨਿਸ਼ਾਨਾ ਤਾਂ ਸਹਿਜ ਦੇ ਵਿੱਚ ਰਹਿਣਾ ਹੈ। ਜਿਹੜਾ ਬੰਦਾ ਸਹਿਜ 'ਚ ਰਹਿੰਦਾ ਹੈ, ਉਹਨੂੰ ਨਰਕ ਦਾ ਕਾਹਦਾ ਡਰ, ਉਹਨੂੰ ਸਵਰਗ ਦਾ ਕਾਹਦਾ ਲਾਲਚ, ਬਸ ਇੰਨਾ ਕੀ ਨਿਸ਼ਾਨਾ ਸੀ। ਸੋ ਉਹਨਾਂ ਦੀ ਅਵਸਥਾ ਉਹ ਹੋ ਗਈ ਹੈ ਕਿ ਨਾਨਕ ਲੀਨ ਪਏ ਉਹ ਗੋਬਿੰਦ ਸਿਉ ਜਿਉ ਪਾਣੀ ਸੰਗ ਪਾਣੀ। ਜਦੋਂ ਉਸ ਵਾਹਿਗੁਰੂ ਦੇ ਵਿੱਚ ਅਭੇਦ ਹੋ ਗਏ ਨੇ, ਉਹ ਮੰਜ਼ਿਲ ਤੇ ਪਹੁੰਚ ਚੁੱਕੇ ਨੇ, ਉਹਨਾਂ ਨੂੰ ਕੋਈ ਦੁੱਖ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੇ, ਸੁੱਖ ਸੁਨੇਹਾ ਪੈ ਨਹੀਂ ਜਾ ਕੇ। ਨੌਵੇਂ ਪਾਤਸ਼ਾਹ ਫਰਮਾਉਂਦੇ ਨੇ, ਉਹਨਾਂ ਵਾਸਤੇ ਕੋਈ ਦੁੱਖ ਹੋਵੇ ਸੁੱਖ ਹੋਵੇ, ਉਹਨਾਂ ਵਾਸਤੇ ਸਭ ਇੱਕ ਸਮਾਨ ਹੈ। ਸੋ ਭਾਈ ਸਾਹਿਬ ਜੀ, ਇਹ ਤੇ ਪਿਛਲੇ ਹਫ਼ਤੇ ਦਾ ਸੀ ਨਰਕ ਅਤੇ ਸੁਰਗ। ਇਹ ਮੈਨੂੰ ਜਿੱਥੋਂ ਤੱਕ ਸਮਝ ਆਉਂਦੀ, ਕਿਉਂਕਿ ਇਤਨੀ ਈਮੇਲਾਂ ਆਈਆਂ ਸਨ, ਸਮਾਂ ਮਿਲਿਆ ਤੇ ਦੁਬਾਰਾ ਫਿਰ ਆਪਾਂ ਜ਼ਰੂਰ ਇਹ 'ਤੇ ਟੱਚ ਕਰਾਂਗੇ, ਕਿਉਂਕਿ ਆਪਾਂ ਬੈਠੇ ਇੱਥੇ ਆ। ਆਪਾਂ ਕੋਸ਼ਿਸ਼ ਕਰਾਂਗੇ ਕਿ ਉਹ ਜਿਹੜੇ ਪਿਛਲੇ ਪ੍ਰੋਗਰਾਮ ਸੀ ਨਾ, ਸਿੱਖ ਫਿਲਾਸਫੀ ਪਾਰਟ 1 ਦੇ, ਨਿਵੇੜਾ ਕਿਵੇਂ ਹੁੰਦਾ ਹੈ, ਮਨ ਦੀ ਕੀ ਅਵਸਥਾ ਹੈ ਸਾਡੀ, ਨਿਵੇੜਾ ਕੌਣ ਕਰਦਾ ਹੈ। ਹਾਂਜੀ, ਜੇ ਹੋ ਸਕਿਆ ਤੇ ਉਹ YouTube ਤੇ ਇਹਨਾਂ ਨੂੰ ਕਹਿ ਕੇ ਇਹ ਟੈਕਨੀਕਲ ਸਟਾਫ ਨੂੰ ਉਹ ਇਕੱਠੇ ਪਵਾ ਦਿਆਂਗੇ, ਫਿਰ ਉਹਨੂੰ ਤੁਸੀਂ ਵੇਖ ਲਿਓ। ਉਸ ਤੋਂ ਬਾਅਦ ਵੀ ਜੇ ਤੁਹਾਡਾ ਕੋਈ ਸਵਾਲ ਹੋਇਆ ਜਿਹਨੂੰ ਤੁਸੀਂ ਹੋਰ ਕਲੈਰੀਫਾਈ ਕਰਨਾ ਚਾਹੁੰਦੇ ਹੋਵੋਗੇ, ਸਾਡਾ ਈਮੇਲ ਤੇ ਕੰਟੈਕਟ ਕਰ ਲਿਓ। ਸਾਡਾ ਨਿਸ਼ਾਨਾ ਕੋਈ ਭਰਮ ਭੁਲੇਖਾ ਪਾਉਣਾ ਨਹੀਂ। ਸਾਡਾ ਤਾਂ ਨਿਸ਼ਾਨਾ ਗੁਰਮਤਿ ਦੇ ਉਹ ਜਿਹੜੇ ਗੁੱਝੇ ਭੇਦ ਹੈ, ਜਿਹਨੂੰ ਅਸੀਂ ਕਿਸੇ ਨਾ ਕਿਸੇ ਕਾਰਨ ਵਸ ਜਾਂ ਆਪਣੇ ਆਸ-ਪਾਸ ਬਹੁ ਗਿਣਤੀ ਹਿੰਦੂ ਮਤ ਨੂੰ ਮੰਨਣ ਵਾਲੇ ਲੋਕਾਂ ਦੀ ਰੀਸੋ ਰੀਸੀ ਆਪਣੇ ਧਰਮ ਦਾ ਹਿੱਸਾ ਸਮਝ ਕੇ ਅਪਣਾ ਲਿਆ, ਉਹਦੇ ਪ੍ਰਤੀ ਆਪ ਜੀ ਨੂੰ ਸੁਚੇਤ ਕਰਨਾ ਹੈ। ਤੇ ਸੁਚੇਤ ਕਰਨਾ ਹੈ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸਿੱਖਿਆ ਦੇ ਮੁਤਾਬਕ। ਬਾਕੀ ਦਾਅਵਾ ਤੇ ਕੋਈ ਵੀ ਨਹੀਂ ਕਰ ਸਕਦਾ ਹੁੰਦਾ ਹੈ ਕਿ ਸਾਡੀ ਗੱਲ ਆਖਰੀ ਹੈ। ਤੁਹਾਡੀਆਂ ਜਿਹੜੀਆਂ ਈਮੇਲਸ ਆਈਆਂ, ਮੈਂ ਉਹਦਾ ਧੰਨਵਾਦ ਕਰਦਾ। ਮੈਂ ਇਸ ਕਰਕੇ ਜਿਨ੍ਹਾਂ ਨੇ ਹੱਕ ਵਿੱਚ ਲਿਖਿਆ ਉਹਨਾਂ ਈਮੇਲਾਂ ਦਾ ਜ਼ਿਕਰ ਇਸ ਕਰਕੇ ਨਹੀਂ ਕੀਤਾ ਕਿ ਉਹਦੀ ਕਰਨ ਦੀ ਜ਼ਰੂਰਤ ਨਹੀਂ ਸੀ। ਤੁਸੀਂ ਕੁਐਸਚਨ ਰੇਜ਼ ਕੀਤੇ, ਇਸ ਕਰਕੇ ਤੁਹਾਡੇ ਕੁਐਸਚਨਸ ਨੂੰ ਐਡਰੈਸ ਕਰਨ ਦਾ ਯਤਨ ਕੀਤਾ। ਮੈਨੂੰ ਪੂਰਨ ਆਸ ਹੈ ਤੁਸੀਂ ਅੱਜ ਹੀ ਰਾਤ ਨੂੰ ਈਮੇਲ ਕਰਕੇ ਆਪਣੀ ਗੱਲ ਸਾਡੇ ਨਾਲ ਇਹਨੂੰ ਅੱਗੋਂ ਡਿਵੈਲਪ ਕਰਨ ਦਾ ਯਤਨ ਜ਼ਰੂਰ ਕਰ ਲਓਗੇ। ਮੈਂ ਕੋਸ਼ਿਸ਼ ਕਰੂੰਗਾ ਕੱਲ੍ਹ ਤੁਹਾਨੂੰ ਇਹਦਾ ਦੁਬਾਰਾ ਫਿਰ ਜਵਾਬ ਦੇ ਦਿਆਂ। ਸੋ ਇਹ ਸਾਡਾ ਕੋਈ ਨਿਸ਼ਾਨਾ ਨਹੀਂ ਕਿਸੇ ਧਰਮ ਨੂੰ ਨੀਵਾਂ ਦਿਖਾਉਣਾ ਜਾਂ ਕਿਸੇ ਨੂੰ ਉੱਚਾ ਚੁੱਕਣਾ। ਇਹ ਆਪੋ ਆਪਣੇ ਧਰਮ ਜਿੱਥੇ ਹੀ ਨੇ, ਜੋ ਉਹਨਾਂ ਦੀ ਮਾਨਤਾ ਹੈ, ਉਹ ਸਾਰੇ ਸਤਿਕਾਰਯੋਗ ਨੇ। ਹਾਂ, ਜੋ ਮਿਥਿਹਾਸ ਹੈ,
ਜਿਹੜੀ ਗੱਲ ਗੁਰਬਾਣੀ ਦੀ ਕਸਵੱਟੀ ਤੇ ਨਹੀਂ ਟੱਕਰਦੀ, ਨਹੀਂ ਪੂਰੀ ਉਤਰਦੀ, ਉਹ ਗੱਲ ਕਰਨ ਦਾ ਸਾਡਾ ਫਰਜ਼ ਬਣਦਾ ਹੈ। ਇਸ ਆਸ਼ੇ ਨੂੰ ਲੈ ਕੇ ਅਸੀਂ ਇੱਥੇ ਆ ਪ੍ਰੋਗਰਾਮ ਸ਼ੁਰੂ ਕੀਤੇ ਸੀ ਤੇ ਮੈਂ ਦੱਸਣ ਲੱਗਾ ਸੀ ਕਿ ਭਾਈ ਸਾਹਿਬ ਇਹ ਵੀ ਆਪਾਂ ਨੂੰ ਇੱਥੋਂ ਭੱਜਣ ਦੀ ਲੋੜ ਨਹੀਂ, ਕਿਉਂਕਿ ਆਪਾਂ ਇੱਥੇ ਬੈਠੇ ਹਾਂ ਸੰਗਤ ਦੇ ਨਾਲ ਗੱਲਬਾਤ ਕਰਨ ਵਾਸਤੇ। ਜੋ ਸੰਗਤ ਚਾਹੁੰਦੀ ਹੈ ਆਪਾਂ ਅਨਾਉਂਸ ਕੀਤਾ ਸੀ, ਤੁਸੀਂ ਦੱਸੋ ਕਿਹੜੇ ਪ੍ਰੋਗਰਾਮ ਚਾਹੁੰਦੇ ਹੋ। ਜੋ ਪ੍ਰੋਗਰਾਮ ਸੰਗਤ ਜੋ ਤੁਸੀਂ ਪੁੱਛੋਗੇ, ਜਿਨ੍ਹਾਂ ਤੇ ਸਬਜੈਕਟ ਤੇ ਤੁਸੀਂ ਕਹੋਗੇ ਪ੍ਰੋਗਰਾਮ, ਉਹ ਅਸੀਂ ਪ੍ਰੋਗਰਾਮ ਲੈ ਕੇ ਹਾਜ਼ਰ ਹੋਵਾਂਗੇ। ਜੇ ਫਿਰ ਲੋੜ ਪਾਇਆ ਜ਼ਰੂਰ ਫਿਰ ਹਾਜ਼ਰ ਹੋਵਾਂਗੇ। ਅਤੇ ਅੱਜ ਦੀ ਗੱਲ ਜੋ ਆਪਾਂ ਅੱਜ ਕਰਨੀ ਹੈ, ਕਿਉਂਕਿ ਈਮੇਲ ਸਾਨੂੰ ਪਿਛਲੇ ਹਫ਼ਤੇ 2 ਸੱਜਣਾਂ ਦੀ ਆਈ, ਪੁੱਛਿਆ ਸੀਗਾ ਵੀ ਕਿਹੜਾ ਸਬਜੈਕਟ, ਅਤੇ ਉਹਨਾਂ ਨੇ ਜੋ ਈਮੇਲ ਆਈ ਹੈ ਉਹ ਹੈ could you discuss the concept of the 4 yogas in Sikhism and similarity with Hinduism, especially what is expected in Kaljug। ਇਹ 2 ਈਮੇਲਾਂ ਆਈਆਂ ਸਨ ਅਤੇ ਉਹਦੇ ਉੱਤੇ ਬੇਸ ਅੱਜ ਦਾ ਪ੍ਰੋਗਰਾਮ ਹੈ 4 ਯੁੱਗ। ਗੁਰਬਾਣੀ ਦੇ ਆਧਾਰ ਦੇ ਉੱਤੇ ਯੁੱਗ ਕਿਹਨੂੰ ਕਹਿੰਦੇ ਨੇ, ਕੀ ਇਹ ਟਾਈਮ ਦਾ ਮਾਪਦੰਡ ਹੈ ਜਾਂ ਮਾਈਂਡ ਦੀ ਸਟੇਟ ਹੈ। ਜਿਹੜੇ 4 ਯੁੱਗ ਨੇ, ਸਤਯੁਗ, ਤ੍ਰੇਤਾ, ਦੁਆਪਰ, ਕਲਯੁਗ, ਜਿਹੜੇ ਗੁਰਬਾਣੀ ਦੇ ਵਿੱਚ ਵੀ ਬੇਅੰਤ ਵਾਰੀ ਆਏ ਨੇ, ਇਹ ਅਸੀਂ ਉਹਨਾਂ ਤੋਂ ਮੁਨਕਰ ਨਹੀਂ, ਨਾ ਨੇ। ਸਾਹਿਬ ਸੱਚੇ ਪਾਤਸ਼ਾਹ ਬਾਰ-ਬਾਰ ਬਾਣੀ ਵਿੱਚ ਕਹਿੰਦੇ ਨੇ, ਅਤੇ ਪਰ ਉਹਨਾਂ ਦੀ ਵਿਆਖਿਆ ਕੀ ਹੈ, ਕੀ ਉਹ ਗੁਰਬਾਣੀ ਕੀ ਕਹਿੰਦੀ ਹੈ। ਅਤੇ ਖਾਸ ਕਰਕੇ ਉਹਨਾਂ ਨੇ ਜ਼ਿਕਰ ਕੀਤਾ ਕਿ ਕਲਯੁਗ ਦੀ ਵਿਆਖਿਆ ਤੁਸੀਂ ਕਰਨੀ ਵੀ ਕਲਯੁਗ ਜਿਹਨੂੰ ਅਸੀਂ ਕਹਿੰਦੇ ਅਸੀਂ ਕਲਯੁਗ ਵਿੱਚ ਇਸ ਵੇਲੇ ਆ ਜੋ ਯੁੱਗ ਚੱਲ ਰਿਹਾ ਕਲਯੁਗ ਹੈ, ਇਹਦੇ ਵਿੱਚ ਜੀਂਦੇ ਆ ਅਤੇ ਇਹਦੇ ਲੱਖਣ ਕੀ ਨੇ, ਗੁਰਬਾਣੀ ਕੀ ਕਹਿੰਦੀ ਹੈ, ਅਤੇ ਇਹਦੇ ਵਾਸਤੇ ਕਿੱਦਾਂ ਪਤਾ ਲੱਗੇ ਕਿ ਸਤਯੁਗ, ਤ੍ਰੇਤਾ, ਦੁਆਪਰ, ਕਲਯੁਗ ਕੀ ਬੰਦੇ ਦੀਆਂ ਸ਼ਕਲਾਂ ਬਦਲ ਜਾਂਦੀਆਂ ਨੇ, ਸੂਰਜ ਬਦਲ ਜਾਂਦਾ ਹੈ, ਚੰਦ ਬਦਲ ਜਾਂਦਾ, ਧਰਤੀਆਂ ਹੋਰ ਆ ਜਾਂਦੀ, ਕੀ ਬਦਲ ਜਾਂਦਾ ਹੈ, ਕਿੱਦਾਂ ਪਤਾ ਲੱਗਦਾ ਹੈ ਕਿ ਕਿਹੜਾ ਯੁੱਗ ਬੀਤ ਰਿਹਾ ਹੈ। ਗੁਰਬਾਣੀ ਇਹਦੇ ਲਈ ਵਾਸਤੇ ਕੀ ਕਹਿੰਦੀ ਹੈ। ਅਤੇ ਪਹਿਲਾਂ 4 ਯੁੱਗ ਅਤੇ ਉਸ ਤੋਂ ਬਾਅਦ ਭਾਈ ਸਾਹਿਬ ਜੀ ਆਪਾਂ ਕਲਯੁੱਗ 'ਤੇ ਆਵਾਂਗੇ। ਸੋ ਕਰੋ ਕਿਰਪਾ, 4 ਯੁੱਗਾਂ ਦੀ ਵਿਆਖਿਆ ਸਾਹਿਬ ਸੱਚੇ ਪਾਤਸ਼ਾਹ ਕੀ ਕਰਦੇ ਨੇ। ਭਾਰਤੀ ਸੰਸਕ੍ਰਿਤੀ ਦੇ ਮੁਤਾਬਕ ਡਾਕਟਰ ਸਾਹਿਬ ਜੀ, ਵੈਦਿਕ ਗਿਆਨ ਆ ਜਿਹੜਾ ਜੀ, ਉਹਦੇ ਵਿੱਚ ਸਮੇਂ ਨੂੰ 4 ਹਿੱਸਿਆਂ 'ਚ ਵੰਡ ਕੇ 4 ਯੁੱਗਾਂ ਦੀ ਗੱਲ ਕੀਤੀ ਹੈ, ਅਤੇ 4 ਹੀ ਵੇਦ ਨੇ। ਖੱਟ ਦਰਸ਼ਨ ਨੇ 6 ਜੀ, 4 ਵੇਦ ਹੈ, 6 ਦਰਸ਼ਨ ਹੈ, ਫਿਰ ਆਪਣੇ ਸਿਮਰਤੀਆਂ, ਪੁਰਾਣ ਹੈ, ਇਹ ਧਾਰਮਿਕ ਪੁਸਤਕਾਂ ਨੇ ਜੀ। ਇਹ ਧਾਰਮਿਕ ਪੁਸਤਕਾਂ ਭਾਰਤੀ ਸੰਸਕ੍ਰਿਤੀ ਦਾ ਹਿੱਸਾ ਹੈ। ਠੀਕ ਹੈ। ਜੇ ਵੇਦਾਂ ਨੂੰ ਸਿਰਫ ਹਿੰਦੂ ਧਾਰਮਿਕ ਪੁਸਤਕਾਂ ਕਹਿ ਲਿਆ ਜਾਏ ਤਾਂ ਗੱਲ ਅਧੂਰੀ ਹੈ। ਦਰਅਸਲ ਵੇਦ ਭਾਰਤੀ ਸੰਸਕ੍ਰਿਤੀ ਦਾ ਜੀ ਇੱਕ ਬਹੁਤ ਅਹਿਮ ਹਿੱਸਾ ਹੈ। ਠੀਕ ਹੈ। 4 ਹੀ ਵੇਦ ਨੇ, ਤੇ 4 ਵੇਦ ਜਿਹੜੇ ਨੇ 4 ਵੱਖ-ਵੱਖ ਸਮਿਆਂ ਦੇ ਨਾਲ ਜੁੜੇ ਹੋਏ ਮਿਥੇ ਗਏ। ਗੁਰਬਾਣੀ ਦੇ ਵਿੱਚ ਬਹੁਤ ਸਾਰੀਆਂ ਉਦਾਹਰਨਾਂ ਦਿੱਤੀਆਂ। ਆਪਾਂ ਆਪਣੇ ਸੀਮਤ ਸਮੇਂ ਦੇ ਵਿੱਚ ਆਸਾ ਜੀ ਕੀ ਵਾਰ ਦੇ ਜਿਹੜੇ 2 ਸ਼ਲੋਕ ਗੁਰੂ ਨਾਨਕ ਸਾਹਿਬ ਨੇ ਦਰਜ ਕੀਤੇ ਹੈ, ਹਾਂਜੀ, ਉਹਨਾਂ ਦੇ ਆਧਾਰ ਦੇ ਉੱਤੇ ਅੱਜ ਦੀ ਗੱਲ ਕਰਾਂਗੇ। ਜੀ। ਕਲਯੁੱਗ ਦੇ ਸੰਬੰਧ ਵਿੱਚ ਤੇ ਬਹੁਤ ਸਾਰੀਆਂ ਉਦਾਹਰਨਾਂ ਹੈ, ਬਹੁਤ ਸਾਰੀਆਂ ਉਦਾਹਰਨਾਂ। ਕਲ ਕਾਤੀ ਰਾਜੇ ਕਸਾਈ, ਧਰਮ ਪੰਖ ਕਰ ਉੱਡ ਰਿਹਾ। ਕੱਲ ਦੇ ਇੱਥੇ ਅਰਥ ਜਿਹੜੇ ਉਹ ਕਲਯੁੱਗ ਹੈ। ਹਾਂਜੀ। ਕਲਯੁੱਗ ਉਹ ਸਮਾਂ ਹੈ ਜਿਹਦੇ ਵਿੱਚ ਕਲਾ, ਕਲੇਸ਼, ਵਿਕਾਰਾਂ ਦੀ ਅੱਗ ਤੇ ਹੋਰ ਸਾਰੀਆਂ ਦੁੱਖ ਤਕਲੀਫਾਂ, ਮਾਨਸਿਕ, ਸਰੀਰਕ ਨਹੀਂ, ਪਦਾਰਥ ਬਹੁਤ ਹੈ ਅੱਜ ਦੇ ਸਮੇਂ 'ਚ। ਅੱਜ ਦੇ ਸਮੇਂ ਨੂੰ ਚੰਗਾ ਹੋਵੇਗਾ ਕਿ ਜੇ 4 ਯੁੱਗਾਂ ਤੋਂ ਤੁਸੀਂ ਸ਼ੁਰੂ ਕਰੋ। 4 ਯੁੱਗ ਜਿਹੜੇ ਮਿਥੇ ਗਏ, ਹਾਂਜੀ, ਸਤਯੁਗ, ਤ੍ਰੇਤਾ, ਦੁਆਪਰ ਤੇ ਕਲਯੁਗ। ਤੇ ਭਾਰਤੀ ਸੰਸਕ੍ਰਿਤੀ ਦੇ ਆਧਾਰ ਤੇ ਕਿੰਨੀ ਕੁ ਉਮਰ ਹੈ ਇਹਨਾਂ ਦੀ? ਵੈਦਿਕ ਜਿਹੜਾ ਨੌਲੇਜ ਹੈ ਉਹਦੇ ਮੁਤਾਬਕ ਸਤਯੁਗ ਦੀ ਉਮਰ 1,72,08,000 ਸਾਲ ਮਿਥੀ ਗਈ ਹੈ। 1,72,08,000 ਇਹ ਨੋਟ ਕਰ ਲਿਓ ਸਾਲ। ਹਾਂਜੀ। ਤੇ ਤ੍ਰੇਤੇ ਦੀ ਉਮਰ ਜਿਹੜੀ ਹੈ ਉਹ 1,29,06,000 ਸਾਲ ਮਿਥੀ ਗਈ ਹੈ। ਇਹ ਜਿਹੜੇ ਸਾਲ ਹੈ ਇਹ ਮਨੁੱਖੀ ਸਾਲ ਹੈ, ਜਿਹੜੇ ਸਾਲ ਅੱਜ ਅਸੀਂ ਹੰਡਾਉਂਦੇ ਹਾਂ 364 ਜਾਂ 365 ਦਿਨਾਂ ਦਾ। ਜੀ। ਤੇ ਦੇਵਤਿਆਂ ਦੇ ਸਾਲ ਜਿਹੜੇ ਹੈ ਸਾਡੇ 12 ਸਾਲ ਉਹਨਾਂ ਦੇ 1 ਸਾਲ ਦੇ ਬਰਾਬਰ ਹੁੰਦੇ ਆ। ਅਸੀਂ ਇਸ ਬੈਂਸ ਵਿੱਚ ਨਹੀਂ ਪੈਣਾ ਕਿ ਇਹ ਕਿਹੜੇ ਸਾਲ ਹੈ। ਠੀਕ ਹੈ।
ਦੁਆਪਰ ਦੀ ਜਿਹੜੀ ਉਮਰ ਹੈ ਉਹ 8,64,000 ਸਾਲ ਮਿਥੀ ਗਈ ਹੈ ਤੇ ਜਿਹੜੀ ਕਲਯੁਗ ਆ ਉਹਦੀ ਉਮਰ 4,32,000 ਸਾਲ ਮਿਥੀ ਗਈ ਹੈ। ਸੋ ਸਭ ਤੋਂ ਛੋਟਾ ਉਮਰ ਦੇ ਵਿੱਚ ਪਰ ਫਿਰ ਵੀ ਕਲਯੁਗ 4,32,000 ਸਾਲ ਦਾ ਸਮਾਂ ਕਲਯੁਗ ਦਾ ਨਿਯਤ ਕੀਤਾ ਗਿਆ। ਠੀਕ ਹੈ। ਫਿਰ ਇਹਦੇ ਨਾਲ ਤ੍ਰੇਤੇ ਯੁੱਗ ਦੇ ਵਿੱਚ ਸ਼੍ਰੀ ਰਾਮਚੰਦਰ ਜੀ ਹੋਏ ਜਿਹੜੇ ਦਸ਼ਰਥ ਦੇ ਪੁੱਤਰ ਸਨ ਜੀ, ਤੇ ਦੁਆਪਰ ਦੇ ਵਿੱਚ ਸ਼੍ਰੀ ਕ੍ਰਿਸ਼ਨ ਜੀ ਹੋਏ ਤੇ ਕਲਯੁਗ ਦੇ ਵਿੱਚ ਗੁਰਬਾਣੀ ਆਖਦੀ ਹੈ ਕਿ ਅੱਲਾ ਦੇ ਨਾਂ ਦੀ ਗੱਲ ਕੀਤੀ ਗਈ। ਜੇ ਅਸੀਂ ਇਹ ਸਾਲਾਂ ਦੀ ਉਮਰ ਨੂੰ ਸੱਚ ਮੰਨ ਲਈਏ ਡਾਕਟਰ ਸਾਹਿਬ, ਤੇ ਇਤਿਹਾਸਕ ਹਵਾਲੇ ਮੇਲ ਨਹੀਂ ਖਾਂਦੇ। ਠੀਕ ਹੈ। ਕ੍ਰਿਸ਼ਨ ਜੀ ਨੂੰ ਹੋਇਆ 3000 ਤੋਂ ਥੋੜਾ ਜਿਹਾ ਵੱਧ ਸਮਾਂ ਹੋਇਆ, 32-3300 ਸਾਲ ਮੰਨੇ ਜਾਂਦੇ ਆ ਜੀ। ਮਹਾਭਾਰਤ ਦੀਆਂ ਯਾਦਗਾਰਾਂ ਅੱਜ ਵੀ ਹਸਤਨਾਪੁਰ ਤੇ ਇੰਦਰਪ੍ਰਸਥ ਦੇ ਵਿੱਚ ਮੌਜੂਦ ਹੈ ਜੀ ਜੀ। ਕਿਤੇ ਬੜਾ ਭੁਲੇਖੇ 'ਚ ਨਾ ਪੈ ਜਾਓ। ਇੰਦਰਪ੍ਰਸਥ ਤੇ ਹਸਤਨਾਪੁਰ ਦਿੱਲੀ ਦੇ ਦੋ ਹਿੱਸੇ ਆ। ਦਿੱਲੀ ਦਾ ਪਹਿਲਾ ਨਾਂ ਹਸਤਨਾਪੁਰ ਸੀ ਤੇ ਪਾਂਡਵਾਂ ਨੂੰ ਜਦੋਂ ਉਹਨਾਂ ਨੇ ਕੱਢਤਾ ਘਰੋਂ ਤੇ ਉਹਨਾਂ ਨੇ ਦਿੱਲੀ ਦੇ ਦੂਸਰੇ ਪਾਸੇ ਜਾ ਕੇ ਨਵਾਂ ਸ਼ਹਿਰ ਬਣਾ ਲਿਆ ਜਿਹਨੂੰ ਇੰਦਰਪ੍ਰਸਥ ਕਹਿੰਦੇ ਸੀ। ਉਹ ਵੀ ਦਿੱਲੀ ਦੇ ਵਿੱਚ ਸੀ। ਅੱਜ ਵੀ ਉਹ ਜਿਹੜੀਆਂ ਪੁਰਾਣੀਆਂ ਯਾਦਗਾਰਾਂ ਮਹਾਭਾਰਤ ਦੇ ਸਮੇਂ ਦੀਆਂ ਉਹ ਮੌਜੂਦ ਹੈ। ਕੁਰੂਕਸ਼ੇਤਰ ਜਿੱਥੇ ਮਹਾਭਾਰਤ ਦਾ ਯੁੱਧ ਹੋਇਆ ਸੀ ਉਹ ਤਕਰੀਬਨ 48 ਕੋਹ ਦਿੱਲੀ ਤੋਂ ਮੰਨਿਆ ਜਾਂਦਾ ਹੈ। 12 ਯੋਜਨ ਛਤਰ ਝੁੱਲੇ ਸਾ ਜਿਹੜਾ ਗੱਲ ਗੁਰਬਾਣੀ ਨੇ ਕੀਤੀ ਹੈ ਨਾ, ਭਈ ਜਿਹੜਾ ਦੁਰਯੋਧਨ ਸੀ ਉਹਦੇ ਸਿਰ ਤੇ 12 ਯੋਜਨ ਤੱਕ ਛਤਰ ਝੁੱਲਦਾ ਸੀ। 12 ਯੋਜਨ, ਇੱਕ ਯੋਜਨ ਜਿਹੜਾ ਹੁੰਦਾ 4 ਕੋਹ ਦਾ ਹੁੰਦਾ, 48 ਕੋਹ ਦਾ ਇੱਥੇ ਕੁਰੂਕਸ਼ੇਤਰ। ਉੱਥੇ ਵੀ ਮਹਾਭਾਰਤ ਦੀਆਂ ਲੜਾਈ ਦੀਆਂ ਨਿਸ਼ਾਨੀਆਂ ਮੌਜੂਦ ਹੈ। ਤੇ ਇਹਦਾ ਮਤਲਬ ਇਹ ਹੋਇਆ ਕਿ ਦੁਆਪਰ 'ਚ ਜਿਸ ਵੇਲੇ ਮਹਾਭਾਰਤ ਦਾ ਯੁੱਧ ਹੋਇਆ ਸੀ ਉਹਨੂੰ 32-3300 ਸਾਲ ਹੋਏ ਜੀ। ਉਸ ਤੋਂ ਪਹਿਲਾਂ ਹੁੰਦਾ ਤ੍ਰੇਤਾ ਦੇ ਵਿੱਚ ਸ੍ਰੀ ਰਾਮਚੰਦਰ ਜੀ ਹੋਏ ਜੀ। ਤੇ ਸ੍ਰੀ ਰਾਮਚੰਦਰ ਜੀ ਦੇ ਨਾਲ ਸੰਬੰਧਿਤ ਨਿਸ਼ਾਨੀਆਂ ਜਿਹੜੀਆਂ ਪੰਜਾਬ ਦੇ ਵਿੱਚ ਮੌਜੂਦ ਹੈ, ਖਾਸ ਕਰਕੇ ਅੰਮ੍ਰਿਤਸਰ ਦੇ ਵਿੱਚ ਜਿੱਥੇ ਉਹ ਰਾਮ ਤੀਰਥ ਹੈ। ਕਿਉਂਕਿ ਹੁਣ ਅਜੋਕੇ ਸਮੇਂ ਦੇ ਵਿੱਚ ਬਾਲਮੀਕ ਸਮਾਜ ਤੇ ਹਿੰਦੂ ਸਮਾਜ ਦਾ ਆਪਸ ਦੇ ਵਿੱਚ ਬੜਾ ਵੱਡਾ ਝਗੜਾ ਚੱਲਦਾ ਵੀ ਸਾਡਾ ਇੱਕ ਇਹਦਾ ਸਥਾਨ ਹੈ ਜੀ, ਕਿ ਇਹ ਰਿਸ਼ੀ ਬਾਲਮੀਕ ਜੀ ਦਾ ਸਥਾਨ ਹੋਣ ਕਰਕੇ ਬਾਲਮੀਕ ਭਾਈਚਾਰੇ ਦਾ ਜਾਂ ਰਾਮਚੰਦਰ ਜੀ ਦੇ ਪੁੱਤਰ ਲਵ ਤੇ ਕੁਸ਼ ਦਾ ਜਨਮ ਹੋਣ ਕਰਕੇ ਉਹਨਾਂ ਦਾ ਹੈਗਾ। ਤੇ ਉਹਦੀ ਜਿਹੜੀ ਖੋਜ ਹੋਈ ਹੈ ਉਹਦੇ ਮੁਤਾਬਕ ਰਾਮ ਤੀਰਥ ਸਥਾਨ ਦੀਆਂ ਜਿਹੜੀਆਂ ਯਾਦਗਾਰਾਂ ਉਹ ਮੇਰਾ ਖਿਆਲ ਹੈ ਕਿ 7,500 ਸਾਲ 7,600 ਕੁਛ ਸਾਲ ਤੱਕ ਮਿਥੀਆਂ ਗਈਆਂ ਜੀ। ਇਹਦਾ ਮਤਲਬ ਇਹ ਹੋਇਆ ਕਿ ਅੱਜ ਤੋਂ 7,500 ਸਾਲ ਪਹਿਲਾਂ ਤ੍ਰੇਤਾ ਯੁੱਗ ਸੀ ਤੇ ਅੱਜ ਤੋਂ 3,000 ਸਾਲ ਪਹਿਲਾਂ ਦੁਆਪਰ ਯੁੱਗ ਸੀ। ਇਸ ਕਰਕੇ ਇਹ ਜਿਹੜੀ 1,32,00,000 ਜਾਂ ਹੋਰ ਜਿਹੜਾ ਸਮਾਂ ਮਿਥਿਆ ਗਿਆ ਇਹ ਇੱਕ ਮਿਥ ਹੀ ਜਾਪਦੀ ਹੈ। ਇਹਦਾ ਭਾਵ ਇਵੇਂ ਲੈ ਲੈਣਾ ਚਾਹੀਦਾ ਕਿ ਬਹੁਤ ਲੰਬਾ ਸਮਾਂ ਸੀ। ਹੁਣ ਇਹਨੂੰ ਵੱਖਰੇ ਵੱਖਰੇ ਵੇਦਾਂ ਦੇ ਨਾਲ ਜੋੜਿਆ ਗਿਆ। ਜਿਹੜਾ ਸਤਯੁਗ ਹੈ, ਸਤਯੁਗ ਦਾ ਵੇਦ ਹੈ ਸਾਮ ਵੇਦ, ਜਿਹੜਾ ਸਭ ਤੋਂ ਪਹਿਲਾ ਸਾਮ ਵੇਦ ਹੈ। ਸਾਮ ਵੇਦ ਦੇ ਵਿੱਚ ਮੰਤਰ ਗਾਉਣੇ ਤੇ ਜਗ ਕਰਨੇ ਮੰਨੇ ਗਏ ਧਰਮ ਦਾ ਕੰਮ। ਤ੍ਰੇਤਾ ਯੁੱਗ ਹੈ ਜਿਹੜਾ ਉਹਦਾ ਜਿਹੜਾ ਵੇਦ ਹੈ ਉਹ ਰਿਗਵੇਦ ਹੈ ਤੇ ਰਿਗਵੇਦ ਦੇ ਮੁਤਾਬਕ ਦੇਵਤਿਆਂ ਦੀ ਸਿਫਤ ਸਲਾਹ, ਦੇਵਤਿਆਂ ਦੀ ਉਸਤਤ ਕਰਨ ਨੂੰ ਉੱਤਮ ਮੰਨਿਆ ਗਿਆ। ਦੁਆਪਰ ਦਾ ਜਿਹੜਾ ਹੈਗਾ ਵੇਦ ਉਹ ਜਜੁਰਵੇਦ ਹੈ ਤੇ ਜਜੁਰਵੇਦ ਵਿੱਚ ਬਲੀ ਦੇਣੀ, ਜਗ ਕਰਨੇ, ਮੰਤਰ ਪੜ੍ਹਨੇ ਨੂੰ ਮੁੱਖ ਮੰਨਿਆ ਗਿਆ। ਫਿਰ ਅਥਰਵਣ ਵੇਦ, ਕਲਯੁਗ ਦਾ ਅਥਰਵਣ ਵੇਦ ਜਿਹੜਾ ਉਹਨੂੰ ਕਲਯੁਗ ਦਾ ਵੇਦ ਮੰਨਿਆ ਗਿਆ। ਇਹਦੇ ਵਿੱਚ ਵੀ ਹਵਨ ਕਰਨੇ ਤੇ ਜਾਦੂ, ਟੂਣੇ, ਜੰਤਰ, ਮੰਤਰ ਇਹਨਾਂ ਦੀ ਭਰਮਾਰ ਅਥਰਵਣ ਵੇਦ ਦੇ ਵਿੱਚ ਕੀਤੀ ਗਈ ਹੈ ਜੀ। ਹੁਣ ਇਵੇਂ ਹੀ ਜਿਹੜੇ ਵੱਖ-ਵੱਖ ਇਹਨਾਂ ਦੇ ਗੱਲ ਮੰਨੀ ਗਈ। ਜਿਹੜਾ ਸਾਮ ਵੇਦ ਹੈ, ਸਤਯੁਗ ਦਾ ਜਿਹੜਾ ਵੇਦ ਹੈ, ਉਹ ਮੰਨਿਆ ਜਾਂਦਾ ਕਿ ਉਸ ਵੇਲੇ ਸਤਯੁਗ ਉਹ ਸਮਾਂ ਹੈ ਜਿਸ ਵੇਲੇ ਸਾਰੇ ਪਾਸੇ ਧਰਮ ਦਾ ਬੋਲਬਾਲਾ ਸੀ, ਕਿਸੇ ਪਾਸੇ ਕੋਈ ਮਾੜਾ ਕੰਮ ਨਹੀਂ ਹੁੰਦਾ ਸੀ, ਧਰਮ ਦੀ ਗੱਲ ਕੀਤੀ ਜਾਂਦੀ ਸੀ। ਫਿਰ ਤ੍ਰੇਤਾ ਯੁੱਗ ਆਇਆ। ਤ੍ਰੇਤਾ ਯੁੱਗ ਦੇ ਵਿੱਚ ਜਿਸ ਵੇਲੇ ਸ਼੍ਰੀ ਰਾਮਚੰਦਰ ਜੀ ਆਏ ਉੱਥੇ ਪਿਤਾ ਭਗਤੀ ਦੀ ਗੱਲ ਕੀਤੀ ਗਈ ਜੀ ਤੇ ਇੱਕ ਇਨਸਾਫ ਦੇ ਰਾਜ ਦੀ ਗੱਲ ਕੀਤੀ ਗਈ। ਜਦੋਂ ਦੁਆਪਰ 'ਚ ਸ਼੍ਰੀ ਕ੍ਰਿਸ਼ਨ ਜੀ ਆਏ ਉਦੋਂ ਇੱਕ ਲਾਈਨ ਬਦਲ ਦਿੱਤੀ ਗਈ। ਕ੍ਰਿਸ਼ਨ ਜੀ ਦੀ ਇਹ ਲਾਈਨ ਹੈ ਗੀਤਾ ਦੇ ਵਿੱਚ, ਭਈ ਤੂੰ ਆਪਣੇ ਕਰਮ ਕਰ, ਫਲ ਦੀ ਚਿੰਤਾ ਨਾ ਕਰ, ਤੂੰ ਆਪਣਾ ਜੋ ਤੇਰੇ ਧਰਮ ਦਾ ਫਰਜ਼ ਹੈ ਉਹ ਨਿਭਾ ਜੀ।
ਆਪਣਾ ਫਰਜ਼, ਧਰਮ ਦਾ ਫਰਜ਼ ਪੂਰਾ ਕਰਨ ਦੇ ਲਈ ਜਿਹੜਾ ਝੂਠ ਦੇ ਨਾਲ ਖੜਾ ਹੈ, ਉਹ ਤੇਰਾ ਸਗਾ ਪਿਤਾ ਵੀ ਕਿਉਂ ਨਾ ਹੋਵੇ, ਤੂੰ ਉਹਦੇ ਨਾਲ ਵੀ ਯੁੱਧ ਕਰ। ਇਹ ਕ੍ਰਿਸ਼ਨ ਜੀ ਦਾ ਉਪਦੇਸ਼ ਹੈ। ਤੇ ਜਿਹੜਾ ਅਥਰਵਣ ਵੇਦ ਹੈ, ਕਲਯੁਗ ਦਾ ਜਿਹੜਾ ਵੇਦ ਹੈ, ਗੁਰਬਾਣੀ ਨੇ ਮੰਨਿਆ ਕਿ ਕਲਯੁਗ ਦੇ ਵਿੱਚ ਨਾਉ ਖੁਦਾਈ ਅੱਲਾ ਪਿਆ। ਇਸ ਸਮੇਂ ਦੇ ਵਿੱਚ ਮੁਸਲਮਾਨਾਂ ਦਾ ਬੋਲਬਾਲਾ ਹੋਇਆ, ਅੱਲਾ ਦਾ ਨਾਂ ਜ਼ਬਰਦਸਤੀ ਪ੍ਰਚਾਰਿਆ ਗਿਆ। ਜਿਹਨੇ ਨਹੀਂ ਪ੍ਰਚਾਰਿਆ ਉਹਨੂੰ ਸਜ਼ਾਵਾਂ ਦਿੱਤੀਆਂ ਗਈਆਂ। ਇਹ ਤਾਂ ਹੈ ਇਹ ਪਿਛੋਕੜ ਜਿਹੜਾ ਸਾਡਾ ਭਾਰਤੀ ਸੰਸਕ੍ਰਿਤੀ ਦਾ ਹਿੱਸਾ ਹੈ ਜੀ। ਗੁਰਬਾਣੀ ਨੇ ਜਿੰਨੀ ਕੁ ਮੈਨੂੰ ਸਮਝ ਆਈ ਹੈ, ਗੁਰਬਾਣੀ ਕਹਿੰਦੀ ਹੈ ਕਿ ਇਹ ਸਾਰੇ ਜਿਹੜੇ ਯੁੱਗ ਤੇ ਵੇਦਾਂ ਦਾ ਸੰਬੰਧ ਹੈ ਉਹ ਸਾਡੇ ਕਰਮਾਂ ਤੇ ਵਿਰਤੀ ਨਾਲ ਹੈ। 2 ਸ਼ਲੋਕ ਨੇ, ਨਾਨਕ ਮੇਰ ਸਰੀਰ ਕਾ ਇੱਕ ਰਥ ਇੱਕ ਰਥਵਾ, ਜੁਗ ਜੁਗ ਫੇਰ ਬਟਾਈਆਂ ਗਿਆਨੀ ਬੁਝੇ ਤਾਏ, ਸਤਜੁਗ ਰਥ ਸੰਤੋਖ ਕਾ ਧਰਮ ਅੱਗੇ ਰਥਵਾ, त्रेतय रथ जते का जोर अगे रथवा, द्वापर रथ तपे का सत अगे रथवा, कलयुग रथ अगन का कूड़ अगे रथवा। पहली पंक्ति ध्यान देने जोग है, नानक मेर शरीर का एक रथ एक रथवा। मेर हुंदा है, मेर दे रारे नूं औंकड़ है, सिंगुलर है। जिवें पर्वतां दे विचों सुमेर पर्वत है, सिमरनिਆਂ ਦੇ ਵਿੱਚ ਮਾਲਾ ਦੇ ਵਿੱਚ ਜਿਹੜਾ ਸਭ ਤੋਂ ਵੱਡਾ ਮਣਕਾ ਹੁੰਦਾ ਹੈ ਉਹਨੂੰ ਮੇਰੂ ਮਣਕਾ ਜਾਂ ਮੇਰ ਕਿਹਾ ਜਾਂਦਾ ਹੈ। 84 ਲੱਖ ਜੂਨ ਦੇ ਵਿੱਚੋਂ ਜਾਂ ਜਿੰਨੀਆਂ ਵੀ ਜੂਨਾਂ ਕੁਦਰਤ ਨੇ ਪੈਦਾ ਕੀਤੀਆਂ, 84 ਲੱਖ ਦਾ ਮਤਲਬ ਬਹੁਤ ਸਾਰੀਆਂ ਜੂਨਾਂ ਜਿਹੜੀਆਂ ਪੈਦਾ ਕੀਤੀਆਂ, ਉਹਦੇ ਵਿੱਚੋਂ ਜਿਹੜਾ ਮਨੁੱਖਾ ਸਰੀਰ ਹੈ ਉਹ ਮੇਰ ਹੈ, ਉਹ ਸਭ ਤੋਂ ਸ੍ਰੇਸ਼ਟ ਹੈ। ਸਾਰੀ ਸ੍ਰਿਸ਼ਟੀ ਦਾ ਜਿਹੜਾ ਸ੍ਰੇਸ਼ਟ ਜੀਵਨ ਹੈ, ਜਨਮ ਹੈ, ਉਹ ਮਨੁੱਖਾ ਜਨਮ ਹੈ। ਤੇ ਮਨੁੱਖਾ ਜਨਮ ਦੀਆਂ 2 ਚੀਜ਼ਾਂ ਨੇ। ਮਨੁੱਖਾ ਜਨਮ ਦਾ ਇੱਕ ਰਥ ਆ, ਇੱਕ ਰਥਵਾ ਹੈ। ਰਥ ਹੈ ਸਰੀਰ। ਸਾਡੇ ਜੀਵਨ ਦਾ ਇੱਕ ਸਰੀਰ ਹੈ ਤੇ ਇੱਕ ਸਰੀਰ ਨੂੰ ਚਲਾਉਣ ਵਾਲੀ ਮੱਤ ਹੈ, ਵਿਚਾਰ ਹੈ। ਰਥਵਾ ਜਿਹੜਾ ਹੈ, ਰਥਵਾ ਹੁੰਦਾ ਹੈ, ਲਫ਼ਜ਼ੀ ਅਰਥ ਹੈ ਰਥ ਨੂੰ ਹੱਕਣ ਵਾਲਾ। ਅੱਜ ਦੇ ਸਮੇਂ 'ਚ ਡਰਾਈਵਰ ਕਾਰ ਦਾ, ਇਹ ਕਾਰ ਹੈ ਤੇ ਇਹ ਕਾਰ ਦਾ ਡਰਾਈਵਰ ਹੈ। ਭਈ ਮਨੁੱਖ ਦਾ ਜਿਹੜਾ ਸਰੀਰ ਹੈ ਉਹ ਰਥ ਆ, ਤੇ ਜਿਹੜੀ ਉਹਦੇ ਅੰਦਰ ਮੱਤ ਆ, ਬਿਰਤੀ ਹੈ, ਸੁਰਤੀ ਹੈ, ਜਾਂ ਉਹਦੇ ਜ਼ਿੰਦਗੀ ਜੀਉਣ ਦਾ ਢੰਗ ਤਰੀਕਾ ਹੈ, ਉਹ ਉਹਦਾ ਰਥਵਾ ਹੈ। ਤੇ ਜਿਹੜਾ ਸਤਜੁਗ ਹੈ, ਸਤਜੁਗ ਦੇ ਵਿੱਚ ਜਿਹੜਾ ਸਾਡਾ ਸਰੀਰ ਹੈ ਉਹ ਸੰਤੋਖ ਦਾ ਬਣਿਆ ਹੋਇਆ ਹੈ। ਤੇ ਧਰਮ ਅੱਗੇ ਰਥਵਾ। ਤੇ ਸੰਤੋਖ ਦਾ ਜਿਹੜਾ ਜੀਵਨ ਹੈ ਉਹਨੂੰ ਚਲਾਉਣ ਵਾਸਤੇ ਧਰਮ ਤੋਂ ਬਗੈਰ ਸੰਤੋਖੀ ਨਹੀਂ ਬਣਿਆ ਜਾ ਸਕਦਾ। ਧੌਲ ਧਰਮ ਦਇਆ ਕਾ ਪੂਤ, ਸੰਤੋਖ ਥਾਪ ਰੱਖਿਆ ਜਿਨ ਸੂਤ, ਜੇ ਕੋ ਬੂਝੈ ਹੋਵੇ ਸਚਿਆਰ, ਧਵਲੇ ਉੱਪਰ ਕੀਤਾ ਪਾਰ। ਭਈ ਦਇਆ ਦਾ ਪੁੱਤਰ ਹੁੰਦਾ ਧਰਮ, ਤੇ ਸੰਤੋਖ ਦੇ ਧਾਗੇ 'ਚ ਬੰਨ੍ਹ ਕੇ ਰੱਖਿਆ ਹੋਇਆ। ਜੇ ਜ਼ਿੰਦਗੀ ਦੇ ਵਿੱਚ ਸੰਤੋਖ ਨਹੀਂ, ਜੇ ਜ਼ਿੰਦਗੀ ਦੇ ਵਿੱਚ ਸ਼ਾਂਤੀ ਨਹੀਂ, ਤੇ ਜ਼ਿੰਦਗੀ ਜਿਹੜੀ ਹੈ ਉਹ ਸੁਖੀ ਨਹੀਂ ਹੋ ਸਕਦੀ। ਤੇ ਸੰਤੋਖ ਧਰਮ ਤੋਂ ਬਗੈਰ ਜ਼ਿੰਦਗੀ ਦੇ ਵਿੱਚ ਨਹੀਂ ਆਉਂਦਾ। ਸਤਜੁਗ ਦੇ ਵਿੱਚ ਉਹ ਕਹਿੰਦੇ ਨੇ ਵੀ ਮਨੁੱਖ ਨੂੰ ਚਲਾਉਣ ਵਾਲਾ ਬਿਰਤੀ ਹੈ ਜਿਹੜੀ ਉਹ ਧਰਮ ਹੈ, ਤੇ ਉਹਦਾ ਜਿਹੜਾ ਸਰੀਰ ਹੈ, ਉਹਦਾ ਜਿਹੜਾ ਜੀਵਨ ਹੈ ਉਹ ਸੰਤੋਖੀ ਹੈ। ਤ੍ਰੇਤੇ ਰਥ ਜਤੈ ਕਾ ਜੋਰ ਅੱਗੇ ਰਥਵਾ। ਜਿਹੜਾ ਤ੍ਰੇਤਾ ਹੈ ਉਹਦੇ ਵਿੱਚ, ਤ੍ਰੇਤਾ ਜਿਹੜਾ ਰਿਗਵੇਦ ਹੈ ਉਹਦੇ ਵਿੱਚ ਜਿਹੜਾ ਜ਼ਿੰਦਗੀ ਦਾ ਜਿਹੜਾ ਸਰੀਰ ਹੈ ਉਹ ਜਥ। ਜਥੇ ਦਾ ਅਰਥ ਹੁੰਦਾ ਹੈ ਆਪਣੀਆਂ ਸਰੀਰਕ ਗਿਆਨ ਇੰਦਰੀਆਂ ਨੂੰ ਕੰਟਰੋਲ ਵਿੱਚ ਕਰਕੇ ਰੱਖਣਾ, ਤਾਂ ਕਿ ਸਾਡੀਆਂ ਗਿਆਨ ਇੰਦਰੀਆਂ ਜਿਹੜੀਆਂ ਉਹ ਵਿਕਾਰਾਂ ਵਾਲੇ ਪਾਸੇ ਨਾ ਜਾਣ, ਸਾਡੀਆਂ ਅੱਖਾਂ ਪਰਾਇਆ ਰੂਪ ਦੇਖ ਕੇ ਉਹਦੇ ਮਗਰ ਨਾ ਭੱਜਣ, ਸਾਡੇ ਕੰਨ ਪਰਾਈ ਨਿੰਦਿਆ ਈਰਖਾ ਦੀਆਂ ਗੱਲਾਂ ਸੁਣ ਕੇ ਉਹਦੇ ਮਗਰ ਨਾ ਭੱਜੇ, ਸਾਡੀ ਜੀਭ ਮਾੜੀ ਗੱਲ ਨਾ ਬੋਲੇ। ਸਾਡੇ ਜਿਹੜੇ ਗਿਆਨ ਇੰਦਰੀਆ ਉਹਨਾਂ ਨੂੰ ਕੰਟਰੋਲ ਕਰਕੇ ਰੱਖਣਾ ਤੇ ਜ਼ੋਰ ਅੱਗੇ ਰਥਵਾ। ਤੇ ਉਹਨਾਂ ਨੂੰ ਕੰਟਰੋਲ ਕਰਨ ਦੇ ਲਈ ਧਾਰਮਿਕ ਤਾਕਤ ਦੀ ਲੋੜ ਪੈਂਦੀ ਆ, ਤਾਂ ਉਹਨਾਂ ਗਿਆਨ ਇੰਦਰੀਆਂ ਨੂੰ ਕਾਬੂ ਕੀਤਾ ਜਾ ਸਕਦਾ ਹੈ। ਦੁਆਪਰ ਰਥ ਤਪੈ ਕਾ ਸਤ ਅੱਗੇ ਰਥਵਾ। ਜਿਹੜਾ ਦੁਆਪਰ ਦਾ ਸਮਾਂ ਹੈ ਉਹ ਜਿਹੜਾ ਸਰੀਰ ਹੈ ਉਹ ਤਪੇ ਦਾ, ਤਪਦਾ, ਮਿਹਨਤ ਹੈ, ਤੇ ਉਹਦੇ ਅੱਗੇ ਵੀ ਸੱਤ ਆ, ਜਿਹੜਾ ਸੱਤ ਦੇ ਤੱਤੇ ਨੂੰ ਔਂਕੜ ਹੈ, ਉਹ ਜਿਹੜਾ ਸੱਤ ਆ ਉਹ ਉਦੋਂ ਚਲਾਉਣ ਵਾਲਾ ਉਹਦਾ ਰਥਵਾ ਹੈ। ਕਲਯੁਗ ਰਥ ਅਗਨ ਕਾ ਕੂੜ ਅੱਗੇ ਰਥਵਾ। ਜਿਹੜਾ ਕਲਯੁਗ ਹੈ
ਉਹਦੇ ਵਿੱਚ ਸਰੀਰ ਅੱਗ ਦਾ ਰੂਪ ਹੈ, ਤੇ ਜਿਹੜਾ ਝੂਠ ਹੈ, ਕੂੜ ਆ ਜਿਹੜਾ, ਉਹ ਉਹਨੂੰ ਚਲਾਉਣ ਵਾਲਾ ਹੈ। ਇਹ ਚਾਰ ਡਾਕਟਰ ਸਾਹਿਬ ਵੱਖ-ਵੱਖ ਸਟੇਜਾਂ ਨੇ। ਤੇ ਗੁਰਬਾਣੀ ਅਗਲੇ ਸ਼ਲੋਕ 'ਚ ਇਹਨੂੰ ਆਪਾਂ ਹੋਰ ਸਪਸ਼ਟ ਕਰਾਂਗੇ। ਗੁਰਬਾਣੀ ਇਹ ਕਹਿੰਦੀ ਹੈ ਵੀ ਜੇ ਤਾਂ ਸਾਡੇ ਜੀਵਨ ਦੇ ਵਿੱਚ ਅੱਜ ਸੰਤੋਖ ਹੈ ਤੇ ਧਰਮ ਸਾਨੂੰ ਚਲਾਉਣ ਵਾਲਾ ਗੁਰੂ ਦਾ ਗਿਆਨ, ਗੁਰੂ ਦੀ ਬਾਣੀ ਦੇ ਅਨੁਸਾਰ ਸਾਡਾ ਜੀਵਨ ਚੱਲਦਾ ਹੈ, ਤੇ ਸਮਝੋ ਅਸੀਂ ਸਤਯੁਗ ਦੇ ਵਿੱਚ ਆਪਣਾ ਜੀਵਨ ਜਿਉਂਦੇ ਹਾਂ। ਜੇ ਅਸੀਂ ਆਪਣੀਆਂ ਗਿਆਨ ਇੰਦਰੀਆਂ ਨੂੰ ਕਾਬੂ ਵਿੱਚ ਰੱਖਿਆ ਹੋਇਆ, ਸੰਜਮ 'ਚ ਰੱਖਿਆ ਹੋਇਆ, ਕੰਟਰੋਲ 'ਚ ਰੱਖਿਆ ਹੋਇਆ, ਤੇ ਸਮਝੋ ਅਸੀਂ ਫਿਰ ਤ੍ਰੇਤੇ ਯੁੱਗ ਦੇ ਵਿੱਚ ਰਹਿ ਰਹੇ ਹਾਂ। ਪਰ ਜੇ ਸਾਡਾ ਜੀਵਨ ਵਿਕਾਰਾਂ ਦੀ ਅੱਗ ਦੇ ਵਿੱਚ ਸੜ ਰਿਹਾ ਹੈ, ਨਰਕ ਬਣਿਆ ਹੋਇਆ ਸਾਡਾ ਜੀਵਨ, ਤੇ ਝੂਠ, ਈਰਖਾ, ਨਿੰਦਿਆ, ਹੰਕਾਰ, ਕ੍ਰੋਧ ਸਾਡੇ ਜ਼ਿੰਦਗੀ ਦਾ ਹਿੱਸਾ ਬਣ ਗਏ, ਤੇ ਸਮਝੋ ਅਸੀਂ ਕਲਯੁਗ ਦੇ ਵਿੱਚ ਜਿਉਂਦੇ ਹਾਂ। ਜਦੋਂ ਗੁਰੂ ਸਾਹਿਬ ਕਹਿੰਦੇ ਨਾਨਕ ਮੇਰ ਸਰੀਰ ਕਾ ਇੱਕ ਰਥ ਇੱਕ ਰਤਵਾ, ਜੁਗ ਜੁਗ ਫੇਰ ਬਿਟਾਈਐ ਗਿਆਨੀ ਬੁੱਝੈ ਤਾਹੇ। ਹਰ ਜੁਗ ਜੁਗ ਸਮੇਂ ਸਮੇਂ ਉਹ ਆਪਣਾ ਫੇਰ ਬਟਾਉਂਦਾ, ਤੇ ਇਸ ਗੱਲ ਦੀ ਜਿਹੜੀ ਸਮਝ ਹੈ ਇਹ ਸਿਰਫ ਉਸ ਪੁਰਸ਼ ਨੂੰ ਆਉਂਦੀ ਹੈ ਜਿਹੜਾ ਗਿਆਨੀ ਹੈ, ਜਿਹਨੂੰ ਗੁਰੂ ਦੇ ਸ਼ਬਦ ਦੀ ਗਿਆਨ, ਗੁਰੂ ਦੇ ਸ਼ਬਦ ਦੀ ਸਮਝ ਆ ਗਈ। ਉਹਨੂੰ ਇਹ ਸਮਝ ਆਉਂਦੀ ਹੈ ਕਿ ਕਦੋਂ ਸਤਯੁਗ ਹੈ, ਤੇ ਕਦੋਂ ਤ੍ਰੇਤਾ, ਤੇ ਕਦੋਂ ਦੁਆਪਰਾ, ਤੇ ਕਦੋਂ ਕਲਯੁਗ ਹੈ। ਤੇ ਅਸੀਂ ਵੇਖਣਾ ਇਹ ਹੈ ਕਿ ਕੀ ਅਸੀਂ ਕਲਯੁਗ ਰਥ ਅਗਨ ਕਾ ਕੂੜ ਅੱਗੇ ਰਥਵਾ ਵਾਲਾ ਜੀਵਨ ਜਿਉਣਾ ਹੈ, ਜਾਂ ਸਤਯੁਗ ਰਥ ਸੰਤੋਖ ਕਾ ਧਰਮ ਅੱਗੇ ਰਥਵਾ ਵਾਲਾ ਜੀਵਨ ਜਿਉਣਾ ਹੈ। ਇਹ ਗੁਰਬਾਣੀ ਨੇ ਮੰਨਿਆ। ਜਦੋਂ ਅਸੀਂ ਅਗਲੇ ਸ਼ਲੋਕ ਦੀ ਗੱਲ ਕਰਾਂਗੇ ਥੋੜਾ ਹੋਰ ਸਪਸ਼ਟ ਕਰਾਂਗੇ। ਸੋ ਇਹ ਗੁਰਬਾਣੀ ਦੇ ਆਧਾਰ ਦੇ ਉੱਤੇ ਮਨ ਦੀਆਂ ਡਿਫਰੈਂਟ ਸਟੇਟਾਂ ਨੇ। ਕੋਈ ਸਮੇਂ ਦੀ ਬੰਦਿਸ਼ ਨਹੀਂ ਕਿ ਕਰੋੜਾਂ ਸਾਲ, ਅਰਬਾਂ ਸਾਲ, ਜਿੱਦਾਂ 4 ਲੱਖ ਸਾਲ, 4,32,000 ਸਾਲ 32 ਕਲਯੁਗ ਦੀ ਉਮਰ ਹੈ। ਇਹ ਸਾਰਾ ਮਿਥਿਹਾਸ ਹੈ। ਕੋਈ ਇਹ ਸਮਝ ਲਓ ਕਿ ਸਮਝਾਉਣ ਦੀਆਂ ਗੱਲਾਂ ਸਨ। ਕਿਸੇ ਤਰ੍ਹਾਂ ਕਹਾਣੀਆਂ ਜੋ ਮਿਥਿਹਾਸ ਵਿੱਚ ਰਚੀਆਂ ਗਈਆਂ, ਉਹ ਕੋਈ ਨਾ ਕੋਈ ਆਸ਼ਾ ਲੈ ਕੇ ਕਿ ਇਨਸਾਨ ਸਮਝਵੇ। ਪਰ ਅੱਜ 21ਵੀਂ ਸਦੀ ਵਿੱਚ ਵੀ ਤੁਸੀਂ ਵਿਚਰ ਰਹੇ ਹੋ, ਸਮਝਦਾਰ ਹੋ, ਅਤੇ ਸਾਨੂੰ ਗੁਰਬਾਣੀ ਦੇ ਆਧਾਰ ਦੇ ਉੱਤੇ ਸਮਝਣਾ ਪਵੇਗਾ ਕਿ ਇਹ ਜਿਹੜੇ ਯੁੱਗ ਨੇ, ਇਹ ਨੇ ਡਿਫਰੈਂਟ ਮਾਈਂਡ ਦੀਆਂ ਸਟੇਟਾਂ ਨੇ। ਭਾਈ ਸਾਹਿਬ ਨੇ ਦੱਸ ਦਿੱਤਾ ਹੈ, ਸਤਯੁਗ ਜਿਸ ਸੰਤੋਖ ਵਿੱਚ ਤੁਸੀਂ ਵਿਚਰਦੇ ਹੋ ਤੁਹਾਡਾ ਸਤਯੁਗ ਹੈ। ਜੇ ਗਿਆਨ ਇੰਦਰੀਆਂ ਤੁਹਾਡੇ ਵੱਸ ਨੇ, ਤ੍ਰੇਤਾ ਯੁੱਗ ਹੈ। ਜੇ ਤੁਸੀਂ ਕਿਸੇ ਆਪਣੇ ਮਨ ਨੂੰ ਕਿਸੇ ਸੇਧ 'ਤੇ ਲਾਇਆ ਹੋਇਆ ਹੈ, ਕਿਸੇ ਨਿਯਮ ਵਿੱਚ ਬਣਾਇਆ ਹੈ, ਤਾਂ ਦੁਆਪਰ ਹੈ। ਅਤੇ ਜੇ ਤੁਸੀਂ ਇਸ ਵੇਲੇ ਅੱਗ ਵਿੱਚ ਸੜ ਰਹੇ ਹੋ, ਕ੍ਰੋਧ ਦੀ ਅੱਗ ਵਿੱਚ ਤੁਹਾਡਾ ਮਨ ਜਲ ਰਿਹਾ ਹੈ, ਈਰਖਾ ਵਿੱਚ ਵਗ ਗਿਆ, ਤੇ ਕਲਯੁਗ ਹੈ। ਅਤੇ ਭਾਈ ਸਾਹਿਬ ਜੀ ਜਿਹੜੇ ਸਤਿਗੁਰੂ, ਹੁਣ ਆਪਾਂ ਆਉਣਾ ਕਲਯੁਗ 'ਤੇ, ਕਿਉਂਕਿ ਕਲਯੁਗ ਦੀ ਗੱਲ ਉਹਨਾਂ ਕੀਤੀ ਹੈ, ਨਿਸ਼ਾਨੀ ਕਲਯੁਗ ਦੀ ਸਤਿਗੁਰੂ ਬਾਣੀ ਵਿੱਚ ਵੀ ਕਹਿੰਦੇ ਨੇ। ਧੰਨ ਗੁਰੂ ਨਾਨਕ ਦੇਵ ਜੀ ਕਹਿ ਗਏ ਨੇ ਕਿ ਜੇ ਕੋ ਸਤ ਕਰੇ ਸੋ ਸੀਜੈ। ਕਲਯੁਗ ਦੀ ਨਿਸ਼ਾਨੀ, ਜੇ ਕੋ ਸਤ ਕਰੇ ਸੋ ਸੀਜੈ, ਤਪ ਕਰ ਤਪ ਨ ਹੋਈ, ਜੇ ਕੋ ਨਾਮ ਲਏ ਬਦਨਾਮੀ ਕਲ ਕੇ ਲਖਣ ਇਹੀ। ਇਹ ਕਲਯੁਗ ਦੇ ਲੱਛਣ ਹੈ। ਜਿਹੜਾ ਨਾਮ ਲੈਂਦਾ ਹੈ, ਜਿਹੜਾ ਚੰਗੇ ਕੰਮ ਕਰਦਾ ਹੈ, ਉਹਦੀ ਬਦਨਾਮੀ ਕਰਾਉਣੀ, ਇਹ ਕਲਯੁਗ ਦੇ ਲੱਛਣ ਨੇ। ਗੁਰੂ ਨਾਨਕ ਸਾਹਿਬ ਦੇ ਜੀਵਨ ਨਾਲ ਇੱਕ ਬਹੁਤ ਖੂਬਸੂਰਤ ਘਟਨਾ ਜੁੜੀ ਹੋਈ ਹੈ। ਪਹਿਲੇ ਪ੍ਰਚਾਰ ਦੌਰੇ ਸਮੇਂ ਜਿਸ ਵੇਲੇ ਗੁਰੂ ਨਾਨਕ ਸਾਹਿਬ ਮਥੁਰਾ ਗਏ, ਤੇ ਮਥੁਰਾ ਕ੍ਰਿਸ਼ਨ ਜੀ ਦਾ ਜਨਮ ਸਥਾਨ ਹੈ ਜੀ, ਤੇ ਉੱਥੇ ਉਹਨਾਂ ਦੀ ਯਾਦ ਦੇ ਵਿੱਚ ਕੋਈ ਦਿਨ ਸੀ, ਉਹ ਮਨਾਇਆ ਜਾ ਰਿਹਾ ਸੀ। ਹੋਲੀਆਂ ਦੇ ਦਿਨ ਸਨ ਸ਼ਾਇਦ, ਤੇ ਹੋਲੀਆਂ ਦੇ ਵਿੱਚ ਰੰਗ ਸੁੱਟਿਆ ਜਾਂਦਾ, ਪਾਣੀ, ਚਿੱਕੜ, ਕਈ ਕੁਝ ਸੁੱਟਿਆ ਜਾਂਦਾ ਸੀ। ਲੜਕੀਆਂ ਦੀ ਬੇਅਦਬੀ ਕੀਤੀ ਜਾਂਦੀ ਸੀ। ਮਰਦਾਨਾ ਜੀ ਆਖਦਾ ਹੈ, ਬਾਬਾ ਇਹ ਤਾਂ ਧਰਮ ਦਾ ਸਥਾਨ ਹੈ, ਧਰਮ ਦੇ ਸਥਾਨ ਦੇ ਉੱਤੇ ਇਹੋ ਜਿਹਾ ਕੰਮ ਕਿਉਂ ਹੁੰਦਾ ਹੈ? ਕਿਉਂ ਇੱਥੇ ਗੁੰਡਾਗਰਦੀ ਹੁੰਦੀ ਹੈ, ਹੁੱਲੜਬਾਜੀ ਕਿਉਂ ਹੋ ਰਹੀ ਹੈ? ਤੇ ਬਾਬਾ ਜੀ ਆਖਦੇ ਨੇ, ਮਰਦਾਨਿਆਂ ਪੰਡਤ ਨੂੰ ਪੁੱਛ ਕੇ ਆ। ਪੰਡਤ ਨੂੰ ਪੁੱਛਣ ਜਾਂਦਾ, ਤੇ ਪੰਡਤ ਆਖਦਾ, ਤੈਨੂੰ ਨਹੀਂ ਪਤਾ, ਹੁਣ ਤਾਂ ਕਲਯੁਗ ਆ ਗਿਆ। ਇਹ ਕਲਯੁਗ ਦੇ ਲੱਛਣ ਹੈ, ਕਲਯੁਗ ਦੇ ਵਿੱਚ ਇਵੇਂ ਹੀ ਹੋਣਾ ਹੈ। ਮਰਦਾਨਾ ਜੀ ਆ ਕੇ ਬਾਬਾ ਜੀ ਨੂੰ ਆਖਦੇ ਨੇ, ਬਾਬਾ ਜੀ ਪੰਡਤ ਤੇ ਆਖਦਾ ਕਲਯੁਗ ਆ ਗਿਆ। ਤੇ ਬਾਬਾ ਜੀ ਗੁਰੂ ਸਾਹਿਬ ਵਾਪਸ ਮਰਦਾਨੇ ਨੂੰ ਭੇਜਦੇ, ਪੰਡਤ ਕੋਲ ਜਾ, ਉਹਨੂੰ ਪੁੱਛ ਕੇ ਆ ਕਲਯੁਗ ਆਇਆ ਕਿੱਥੇ ਹੈ, ਮੈਂ ਤਾਂ ਵੇਖਿਆ ਨਹੀਂ। ਤੇ ਪੰਡਤ ਆਖਦਾ, ਤੂੰ ਕਮਲਾ ਹੋ ਗਿਆ, ਤੈਨੂੰ ਨਹੀਂ ਦਿਸਦਾ, ਕਲਯੁਗ ਆ ਗਿਆ। ਮਰਦਾਨਾ ਜੀ ਗੁਰੂ ਨਾਨਕ ਸਾਹਿਬ ਕੋਲ ਵਾਪਸ ਆ ਕੇ ਆਖਦੇ ਨੇ, ਬਾਬਾ ਜੀ ਉਹ ਤੇ ਆ ਆਖਦਾ ਮੈਨੂੰ। ਫਿਰ ਬਾਬਾ ਜੀ ਆਖਦੇ ਨੇ, ਅੱਛਾ ਮਰਦਾਨਿਆਂ, ਫਿਰ ਰਵਾਬ ਛੇੜ। ਤੇ ਮਰਦਾਨਾ ਰਵਾਬ ਵਜਾਉਂਦਾ, ਤੇ ਗੁਰੂ ਨਾਨਕ ਸਾਹਿਬ ਪਾਤਸ਼ਾਹ
ਰਾਮਕਲੀ ਰਾਗ ਦੇ ਵਿੱਚ ਅਸ਼ਟਪਦੀ ਉਚਾਰਨ ਕਰਦੇ ਨੇ ਮਥਰਾ 'ਚ ਬੈਠ ਕੇ ਜੀ ਉਹਦੇ ਸੋਈ ਚੰਦ ਚੜੇ ਸੇ ਤਾਰੇ ਸੋਈ ਦਿਨੀਅਰ ਤਪਤ ਰਹੇ ਸਾ ਧਰਤੀ ਸੋ ਪੌਣ ਝੁਲਾਰੇ ਜੁਗ ਜੀ ਖੇਲੇ ਥਾਮ ਕੈਸੇ ਜੀਵਨ ਤਲਬ ਨਿਵਾਰ ਹੋਵੇ ਪ੍ਰਵਾਣਾ ਕਰੇ ਤਗਾਣਾ ਕਲ ਲੱਛਣ ਵਿਚਾਰ ਕਿਹੇ ਪੰਡਤ ਤੂੰ ਜੀਵਨ ਤਲਬ ਨਿਵਾਰ ਆਪਣੇ ਮਨ ਦਾ ਜ਼ਿੰਦਗੀ ਦਾ ਲਾਲਚ ਛੱਡ ਦੇ ਹੋਵੇ ਪ੍ਰਵਾਣਾ ਕਰੇ ਤਿਗਾਣਾ ਕਲ ਲੱਛਣ ਵਿਚਾਰ ਕਰਦਾ ਤੂੰ ਆਪਣੀ ਮਨ ਦੀ ਮਰਜ਼ੀ ਹੈ ਤੇ ਆਖਦਾ ਇਹ ਹੈ ਵੀ ਇਹ ਤਾਂ ਕਲਯੁਗ ਆ ਗਿਆ ਕਲਯੁਗ ਦੇ ਲੱਛਣ ਆ ਇਹ ਕਿਤੇ ਦੇਸ਼ ਨਾ ਆਇਆ ਸੁਣਿਆ ਤੀਰਥ ਪਾਸ ਨਾ ਬੈਠਾ ਦਾਤਾ ਦਾਨ ਕਰੇ ਤੈ ਨਾਹੀ ਮਹਿਲ ਉਸਾਰ ਨਾ ਬੈਠਾ ਜੇ ਕੋ ਸਤ ਕਰੇ ਸੋ ਚੀਜੈ ਤਪ ਕਰ ਤਪ ਨਾ ਹੋਈ ਜੇ ਕੋ ਨਾਉ ਲੈ ਬਦਨਾਮੀ ਕਰਕੇ ਲੱਛਣ ਇਹੀ ਵੀ ਕਿਹੋ ਜਿਹਾ ਤੂੰ ਪੰਡਤਾਂ ਲੋਕਾਂ ਨੂੰ ਵਹਿਮ ਪਾਇਆ ਹੋਇਆ ਮਤਲਬ ਤਾਂ ਇਹ ਹੈ ਭਈ ਤੂੰ ਆਪਣੇ ਮੰਦਿਰ ਦਾ ਚੜਾਵਾ ਵਧਾਈ ਰੱਖਣ ਵਾਸਤੇ ਇਹਨਾਂ ਲੋਕਾਂ ਨੂੰ ਰੋਕਦਾ ਨਹੀਂ ਤੇ ਕਹਿੰਦਾ ਇਹ ਹੈ ਵੀ ਕਲਯੁਗ ਆ ਗਿਆ ਇਹ ਤਾਂ ਬਹਾਨਾ ਹੈ ਅਸੀਂ ਵੀ ਅਕਸਰ ਡਾਕਟਰ ਸਾਹਿਬ ਮੈਂ ਘਰ ਗੱਲ ਕਰਦਾ ਸੀ ਮੇਰੀ ਬੇਟੀ ਪੁੱਛਦੀ ਡੈਡ ਕੀ ਹੈ ਮੈਂ ਵੀ ਅੱਜ ਕੱਲ੍ਹ ਜਦੋਂ ਕੋਈ ਮਾੜਾ ਕੰਮ ਹੋ ਰਿਹਾ ਹੋਵੇ ਨਾ ਕਿਸੇ ਨੂੰ ਪੁੱਛੋ ਵੀ ਆਹ ਕੰਮ ਇੱਦਾਂ ਹੋ ਰਿਹਾ ਉਹ ਕਹਿੰਦਾ ਨਹੀਂ ਜੀ ਇਹ ਤਾਂ ਹੁਣ ਹੋਣਾ ਹੀ ਸੀ ਕਲਯੁਗ ਆ ਗਿਆ ਨਾ ਕਲਯੁਗ ਦਾ ਪਹਿਰਾ ਤੇ ਉਹ ਬੜੀ ਸਰਪ੍ਰਾਈਜ਼ ਹੋਈ ਵੀ ਇੱਦਾਂ ਹੁੰਦਾ ਹੈ ਮੈਂ ਕਿਹਾ ਹਾਂਜੀ ਇੱਦਾਂ ਹੁੰਦਾ ਹੈ ਅਸੀਂ ਅਕਸਰ ਜਦੋਂ ਕੋਈ ਗੱਲ ਸਾਡੇ ਕੰਟਰੋਲ ਦੇ ਵਿੱਚ ਨਾ ਹੋਵੇ ਜਾਂ ਜਦੋਂ ਅਸੀਂ ਕੋਈ ਗੱਲ ਕੰਟਰੋਲ ਕਰਨੀ ਨਾ ਹੋਵੇ ਤੇ ਅਸੀਂ ਇਹ ਗੱਲ ਕਹਿ ਕੇ ਛੁਟਕਾਰਾ ਕਰ ਲੈਂਦੇ ਹਾਂ ਆਪਣਾ ਖਹਿੜਾ ਛੁਡਾ ਲੈਂਦੇ ਹਾਂ ਉਹ ਭਾਈ ਕਲਯੁਗ ਆ ਗਿਆ ਹੁਣ ਤਾਂ ਕਲਯੁਗ ਦੇ ਵਿੱਚ ਤਾਂ ਇਹ ਕੁਝ ਹੋਣਾ ਹੀ ਸੀ ਤੇ ਗੁਰੂ ਸਾਹਿਬ ਨੇ ਤਾਂ ਇਹ ਜਿਹੜੀ ਸਾਰੀ ਦੀ ਸਾਰੀ ਗੱਲ ਸੀ ਇਹਨੂੰ ਕੰਡੈਮ ਕੀਤਾ ਡਾਕਟਰ ਸਾਹਿਬ ਬਹੁਤ ਖੂਬਸੂਰਤ ਨਾ ਇੱਕ ਸਾਖੀ ਹੈ ਗੁਰੂ ਨਾਨਕ ਸਾਹਿਬ ਦੇ ਜੀਵਨ ਨਾਲ ਜੁੜੀ ਜੀ ਕਹਿੰਦੇ ਵੀ ਗੁਰੂ ਸਾਹਿਬ ਜਿੱਥੇ ਵੀ ਜਾਂਦੇ ਸੀ ਨਾ ਆਪਣੇ ਪ੍ਰਚਾਰ ਦੌਰੇ ਸਮੇਂ ਸਵੇਰੇ ਸ਼ਾਮੀ ਕੀਰਤਨ ਕਰਦੇ ਸੀ ਉੱਥੇ ਧਰਮਸ਼ਾਲ ਕਾਇਮ ਕਰ ਦਿੰਦੇ ਸੀ ਸੰਗਤ ਕਾਇਮ ਕਰ ਦਿੰਦੇ ਸੀ ਉਹ ਫਿਰ ਸੰਗਤ ਗੁਰੂ ਨਾਨਕ ਸਾਹਿਬ ਦੇ ਜਾਣ ਤੋਂ ਬਾਅਦ ਵੀ ਕਥਾ ਕੀਰਤਨ ਕਰਦੇ ਰਹਿੰਦੇ ਹੁੰਦੇ ਸੀ ਤੇ ਕਹਿੰਦੇ ਵੀ ਗੁਰੂ ਨਾਨਕ ਸਾਹਿਬ ਨੇ ਕਹਿ ਦਿੱਤਾ ਵੀ ਜਦੋਂ ਤੁਸੀਂ ਇਸ ਤਰ੍ਹਾਂ ਕੀਰਤਨ ਕਰਿਆ ਕਰੋਗੇ ਤਾਂ ਉੱਥੇ ਕਲਯੁਗ ਨਹੀਂ ਆ ਸਕਦਾ ਜਿੱਥੇ ਬਾਣੀ ਪੜ੍ਹੀ ਜਾਊਗੀ ਉੱਥੇ ਕਲਯੁਗ ਨਹੀਂ ਆਉਂਦਾ ਤੇ ਸੱਚਮੁੱਚ ਹੀ ਹਰ ਥਾਂ ਦੇ ਉੱਤੇ ਘਰ ਘਰ ਅੰਦਰ ਧਰਮਸ਼ਾਲ ਹੋਵੇ ਕੀਰਤਨ ਸਦਾ ਬਸੋਆ ਵੀ ਹਰ ਥਾਂ ਦੇ ਉੱਤੇ ਗੁਰੂ ਨਾਨਕ ਦੀ ਬਾਣੀ ਗਾਉਣੀ ਸ਼ੁਰੂ ਹੋ ਗਈ ਤੇ ਕਲਯੁਗ ਤਾਂ ਵਿਚਾਰਾ ਬੜਾ ਉਦਾਸ ਹੋ ਗਿਆ ਪੰਜਾਬ ਦੇ ਵਿੱਚ ਕਲਯੁਗ ਨੂੰ ਪੁੱਛੇ ਕੋਈ ਨਾ ਤੇ ਉਹ ਹੱਥ ਜੋੜ ਕੇ ਗੁਰੂ ਨਾਨਕ ਸਾਹਿਬ ਨੂੰ ਜਾ ਕੇ ਕਹਿੰਦਾ ਵੀ ਬਾਬਾ ਵੀ ਤੂੰ ਸਾਰਿਆਂ ਦੀਆਂ ਡਿਮਾਂਡਾਂ ਪੂਰੀਆਂ ਕਰਦਾ ਮੇਰੀ ਡਿਮਾਂਡ ਵੀ ਪੂਰੀ ਕਰ ਤੇ ਉਹ ਕਹਿੰਦੇ ਵੀ ਨਹੀਂ ਤੇਰਾ ਸਮਾਂ ਮੁੱਕ ਗਿਆ ਹੁਣ ਇਹ ਕਹਾਣੀ ਬਣਾਈ ਗਈ ਇੱਕ ਮੈਂ ਉਹਦਾ ਜ਼ਿਕਰ ਕਰਨ ਲੱਗਾ ਵੀ ਤੇਰਾ ਸਮਾਂ ਮੁੱਕ ਗਿਆ ਹੁਣ ਤੇ ਸਤਜੋਗ ਆ ਗਿਆ ਸਾਰੇ ਪਾਸੇ ਹੁਣ ਕਲਯੁਗ ਦਾ ਇੱਥੇ ਕੋਈ ਬੋਲਬਾਲਾ ਨਹੀਂ ਕਲਯੁਗ ਦੀ ਕੋਈ ਲੋੜ ਨਹੀਂ ਦੌੜ ਜਾ ਇੱਥੋਂ ਤੇ ਕਲਯੁਗ ਹੱਥ ਜੋੜ ਕੇ ਖੜ ਗਿਆ ਬਾਬਾ ਮੈਂ ਸੁਣਿਆ ਤੇਰੇ ਦਰ ਤੋਂ ਕੋਈ ਖਾਲੀ ਨਹੀਂ ਜਾਂਦਾ ਮੇਰੀ ਵੀ ਝੋਲੀ 'ਚ ਕੁਝ ਪਾਵੇ ਮੇਰਾ ਵੀ ਨਾਂ ਰਹਿ ਜਾਏ ਤੇ ਕਹਿੰਦੇ ਭਈ ਸ਼ਰਾਰਤੀ ਦਿਮਾਗ ਨੇ ਕਾਢ ਕੱਢੀ ਇਹ ਫਿਰ ਗੁਰੂ ਸਾਹਿਬ ਨੇ ਕਹਿੰਦਾ ਚੱਲ ਠੀਕ ਹੈ ਫਿਰ ਜਿੰਨਾ ਚਿਰ ਗੁਰਦੁਆਰਾ ਸਾਹਿਬ ਦੇ ਵਿੱਚ ਕਥਾ ਕੀਰਤਨ ਹੋਇਆ ਕਰੂਗਾ ਉਦੋਂ ਤੱਕ ਨਹੀਂ ਤੂੰ ਵੜ ਸਕਦਾ ਜਦੋਂ ਆਨੰਦ ਸਾਹਿਬ ਦਾ ਪਾਠ ਹੋ ਕੇ ਅਰਦਾਸ ਹੋ ਕੇ ਭੋਗ ਪੈ ਜਾਏ ਹੁਕਮਨਾਮਾ ਲਿਆ ਜਾਏ ਉਦੋਂ ਉਸ ਤੋਂ ਬਾਅਦ ਵਿੱਚ ਜਦੋਂ ਪ੍ਰਸ਼ਾਦ ਵਰਤਾਉਣ ਦਾ ਸਮਾਂ ਆਵੇ ਉਦੋਂ ਤੂੰ ਆ ਜਾਇਆ ਕਰੀ ਇਹ ਗੱਲਾਂ ਅਸੀਂ ਪੰਜਾਬ ਦੇ ਪਿੰਡਾਂ ਵਿੱਚ ਛੋਟੇ ਹੁੰਦੇ ਸੁਣਦੇ ਹੁੰਦੇ ਸੀਗੇ ਕਿਉਂਕਿ ਜਦੋਂ ਗੁਰਦੁਆਰੇ ਖਾਸ ਕਰਕੇ ਗੁਰਪੁਰਬ ਨੂੰ ਭੋਗ ਪੈਣਾ ਤੇ ਉਹ ਕੜਾਹ ਪ੍ਰਸ਼ਾਦ ਲੈਣ ਵਾਸਤੇ ਆਪੋ ਧਾ ਪਈ ਹੁੰਦੀ ਸੀ ਵੱਧ ਤੋਂ ਵੱਧ ਲੈਣਾ ਇੱਕ ਵਾਰੀ ਲੈਣ ਤੋਂ ਬਾਅਦ ਪਜਾਮੇ ਨਾਲ ਹੱਥ ਪੂੰਝ ਕੇ ਦੁਬਾਰਾ ਫਿਰ ਹੱਥ ਕਰ ਦੇਣੇ ਤੇ ਲੋਕਾਂ ਨੇ ਜੇ ਕਹਿਣਾ ਵੀ ਇਹਨੂੰ ਰੋਕੋ ਤੇ ਸਿਆਣੇ ਲੋਕ ਇਹ ਕਹਿ ਦਿੰਦੇ ਸੀ ਉਹ ਨਹੀਂ ਜੀ ਨਹੀਂ ਹੁਣ ਨਹੀਂ ਇਹਨਾਂ ਨੂੰ ਰੋਕਿਆ ਜਾ ਸਕਦਾ ਹੁਣ ਤੇ ਗੁਰਦੁਆਰੇ ਦੇ ਅੰਦਰ ਕਲਯੁਗ ਆ ਗਿਆ ਮੈਂ ਇੱਕ ਸਵਾਲ ਡਾਕਟਰ ਸਾਹਿਬ ਪੁੱਛਣਾ ਚਾਹੁੰਦਾ ਭਈ ਇੱਥੇ ਤਾਂ ਸਾਡੇ ਪ੍ਰਸ਼ਾਦ ਦੀ ਉਹ ਦੌੜ ਹੈ ਨਹੀਂ ਇੱਥੇ ਹਰ ਇੱਕ ਨੂੰ ਡਾਇਬੀਟੀਜ਼ ਹੈ ਪਹਿਲਾਂ ਹੀ ਸੇਵਾਦਾਰ ਜੀ ਨੂੰ ਕਹਿ ਦਿੰਦੇ ਅਸੀਂ ਸਵਾਇਆ ਹੀ ਦਿਓ ਜੀ ਥੋੜਾ ਜਿਹਾ ਦਿਓ ਜੀ ਅਸੀਂ ਹੈ ਬਹੁਤਾ ਲੈਣਾ ਨਹੀਂ ਕਿਉਂਕਿ ਪ੍ਰਸ਼ਾਦ ਦੀ ਤਾਂ ਹੈ ਨਹੀਂ ਤੇ ਇੱਥੇ ਜਦੋਂ ਗੁਰਦੁਆਰਿਆਂ ਦੇ ਪ੍ਰਬੰਧ ਵਾਸਤੇ ਅਸੀਂ ਇੱਕ ਦੂਜੇ ਨਾਲ ਘੁਸੁਰਮੁਖੀ ਹੁੰਦੇ ਆ ਉਦੋਂ ਕੀ ਹੁੰਦਾ ਹੈ ਜੇ ਕਲਯੁਗ ਸਰ ਕੜਾਹ ਪ੍ਰਸ਼ਾਦ ਵਰਤਾਉਣ ਦੇ ਸਮੇਂ ਹੀ ਆ ਸਕਦਾ ਗੁਰਦੁਆਰੇ ਦੇ ਅੰਦਰ ਤੇ ਉਸ ਵੇਲੇ ਜਿਸ ਵੇਲੇ ਹਲੇ ਕੜਾਹ ਪ੍ਰਸ਼ਾਦ ਵਰਤਾਇਆ ਹੀ ਨਹੀਂ ਹੁੰਦਾ ਤੇ ਅਸੀਂ ਪ੍ਰਬੰਧ ਉੱਤੇ ਗੋਲਕ ਤੇ ਕਬਜ਼ਾ ਕਰਨ ਵਾਸਤੇ ਇੱਕ ਦੂਜੇ ਨੂੰ ਮੰਦਾ ਚੰਗਾ ਬੋਲਦੇ ਆ ਧੱਕੋ ਮੁੱਕੀ ਹੁੰਦੇ ਆ ਹੋਰ ਬੜਾ ਕੁਝ ਕਰਦੇ ਆ ਉਹ ਫਿਰ ਕੀ ਹੁੰਦਾ ਉਹ ਸਤਜੁਗ ਹੁੰਦਾ ਹੈ ਜਿਹੜੀ ਗੱਲ ਤੁਸੀਂ ਆਖੀ ਨਾ ਇਹ ਭਾਈ ਸਾਹਿਬ ਜੀ ਇਹ ਕਲਯੁਗ ਵਿਅਕਤੀ ਦਾ ਨਾਮ ਕਲਯੁਗ ਸਿਆਣਾ ਹੋ ਗਿਆ ਹੁਣ ਪ੍ਰਸ਼ਾਦ ਤੋਂ ਗਾ ਗੋਲਕਾ ਤੇ ਆ ਗਿਆ ਹੁਣ ਪਹਿਲਾਂ ਆ ਜਾਂਦਾ ਮਤਲਬ ਇਹ ਸਾਰੀ ਦੀ ਸਾਰੀ ਜਿਹੜੀ ਗੱਲ ਹੈ ਇੱਕ ਬਿਰਤੀ ਦੀ ਹੈ ਗੁਰੂ ਸਾਹਿਬ ਨੇ ਸਾਨੂੰ ਇਹ ਆਖਿਆ ਕਿ ਜੇ ਸੁਖੀ ਜੀਵਨ ਜਿਉਣਾ ਹੈ ਨਾ ਫਿਰ ਆਪਣਾ ਜਿਹੜਾ ਰਥਵਾ ਹੈ ਉਹ ਧਰਮ ਬਣਾ ਲੈ ਤੇ ਜਿਹੜਾ ਰਥ ਆ ਉਹ ਸੰਤੋਖ ਬਣਾ ਲਾ ਤੇ ਤੂੰ ਸੁਖੀ ਹੋ ਜਾਏਗਾ ਜੇ ਨਹੀਂ ਇਹ ਕਰੇਗਾ ਤੇ ਫਿਰ ਤਾਂ ਭਾਈ ਤੇਰਾ ਇਹੀ ਹਾਲ ਜਿਹੜਾ ਤੇ ਭਾਈ ਸਾਹਿਬ ਜਿਹੜੀ ਪੰਚਮ ਪਾਤਸ਼ਾਹ ਬਾਣੀ ਵਿੱਚ ਕਹਿੰਦੇ ਨੇ ਕਿ ਸਤਜੁਗ ਤ੍ਰੇਤਾ ਦੁਆਪਰ ਪਣੀਐ
ਕਲਯੁਗ ਉਤਮੋ ਜਗ ਮਾਏ, ਕਲਯੁਗ ਨੂੰ ਉਤਮੋ, ਹਾਂ ਇਹਦੇ ਅਰਥ ਕੀ ਨੇ? ਉਹ ਇਸ ਕਰਕੇ ਭਈ ਕਲਯੁਗ ਦੇ ਵਿੱਚ ਇਸ ਗੱਲ ਦੀ ਸਮਝ ਆਈ ਵੀ ਮੇਰੇ ਅੰਦਰ ਤਾਂ ਤ੍ਰਿਸ਼ਨਾ ਦੀ ਅੱਗ ਲੱਗੀ ਹੋਈ ਆ, ਅੰਦਰ ਉਹ ਤੜਫ ਪੈਦਾ ਹੋਈ, ਉਹ ਵਿਰਹਾ ਵਾਲੀ ਅਵਸਥਾ ਜਿਹੜੀ ਆਪਾਂ ਅੱਗੇ ਕਰੀ ਗੱਲ ਕੀਤੀ ਸੀ ਨਾ, ਉਹ ਪੈਦਾ ਹੋਈ ਤਾਂ ਕਿ ਫਿਰ ਮਨ ਦੇ ਵਿੱਚ ਤਾਂਘ ਪੈਦਾ ਹੋਈ, ਮੈਂ ਵੀ ਗੁਰੂ ਦੀ ਸ਼ਰਨ ਵਿੱਚ ਜਾਵਾਂ। ਫਿਰ ਮੈਂ ਵੀ ਗੁਰੂ ਦੀ ਸ਼ਰਨ ਵਿੱਚ ਜਾ ਕੇ ਆਪਣੀ ਜਿਹੜੀ ਪਿਛਲੇ ਔਗਣ ਹੈ ਉਹਨਾਂ ਤੋਂ ਬਖਸ਼ਵਾ ਲਵਾਂ ਮੈਂ, ਅੱਗੋਂ ਵਾਸਤੇ ਮੈਨੂੰ ਗੁਰੂ ਰਸਤਾ ਦੇ ਦੇ, ਪਿਛਲੇ ਔਗਣ ਬਖਸ਼ ਲੈ ਭਰਾਵਾ, ਅੱਗੇ ਮਾਰਗ ਪਾਵੇ। ਇਹੀ ਸਿਧਾਂਤ ਨਾ ਸਾਡਾ, ਵੀ ਇਹ ਇੱਕ ਮੌਕਾ ਹੈ, ਸੁਨਹਿਰੀ ਮੌਕਾ ਸਾਡੇ ਵਾਸਤੇ, ਵੀ ਜਿਸ ਵੇਲੇ ਦਾਵਾ ਅਗਨ ਸਗਲ ਤ੍ਰਿਣ ਜਾਲੇ, ਉਹ ਬਿਰਲੋ ਕੋਈ ਹਰਿਓ ਬੂਟ ਰਿਓ ਨੀ। ਕੋਈ ਬਿਰਲਾ ਹੀ ਹਰਾ ਬੂਟਾ ਜਦੋਂ ਬਚਿਆ ਹੋਵੇ, ਸਾਰੇ ਪਾਸੇ ਵਿਕਾਰਾਂ ਦੀ ਅੱਗ ਨੇ ਜੰਗਲ ਦੀ ਅੱਗ ਦੀ ਤਰ੍ਹਾਂ ਸਾਰਾ ਕੁਛ ਸਾੜ ਦਿੱਤਾ ਹੋਵੇ, ਉਸ ਵੇਲੇ ਮਨ ਦੇ ਵਿੱਚ ਇੱਕ ਇੱਛਾ ਪੈਦਾ ਹੁੰਦੀ ਹੈ ਕੋਈ ਐਸਾ ਦਰ ਜਿੱਥੇ ਮੇਰੇ ਅੰਦਰ ਦੀ ਅੱਗ ਬੁਝਾਈ ਜਾ ਸਕੇ, ਜਿੱਥੇ ਮੇਰੇ ਮਨ ਦੀ ਜਿਹੜੀ ਤਪਤ ਹੈ, ਮਨ ਦੀ ਜਿਹੜੀ ਤੜਫ ਹੈ, ਉਹ ਸ਼ਾਂਤ ਕੀਤੀ ਜਾ ਸਕੇ। ਫਿਰ ਗੱਲ ਆਉਂਦੀ ਹੈ ਗੁਰੂ ਨਾਨਕ ਦੀ ਬਾਣੀ ਦੀ, ਗੁਰੂ ਨਾਨਕ ਦੀ ਸੋਝੀ ਦੀ, ਗੁਰੂ ਨਾਨਕ ਦੀ ਜੀਵਨ ਜਾਚ ਦੀ। ਫਿਰ ਉਹ ਗੁਰੂ ਨਾਨਕ ਦੇ ਦਰ 'ਤੇ ਜਿਸ ਵੇਲੇ ਮਨੁੱਖ ਆਉਂਦਾ ਹੈ, ਫਿਰ ਸੱਚ ਆਪਣੇ ਆਪ ਹੀ ਕਲਯੁਗ ਜਿਹੜਾ ਹੈ ਉਹ ਭਲਾ ਹੋ ਗਿਆ। ਫਿਰ ਸੋ ਜਿਹੜੀ ਤੁਸੀਂ ਇਹ ਵਿਆਖਿਆ ਕੀਤੀ ਕਿ ਕਲਯੁਗ ਦੇ ਵਿੱਚ ਵਿਰਹਾ ਦੀ ਅੱਗ, ਵਿਰਹਾ ਦੀ ਪਿਆਸ ਇਹ ਜਾਗਦੀ ਹੈ, ਇਸ ਕਰਕੇ ਭਲਾ ਹੈ। ਅਤੇ ਜੇ ਆਪਾਂ ਇਤਿਹਾਸ ਵੱਲ ਨਜ਼ਰ ਮਾਰੀਏ, ਪੰਚਮ ਪਾਤਸ਼ਾਹ ਹਾਲੇ ਗੁਰੂ ਨਹੀਂ ਬਣੇ, ਲਾਹੌਰ ਵਿੱਚ ਗਏ ਨੇ, ਤਾਂ ਸਾਹਿਬ ਸੱਚੇ ਪਾਤਸ਼ਾਹ ਉਹਨਾਂ ਨੂੰ ਪੁੱਛੀਏ ਕਿ ਕਲਯੁਗ ਦੀ ਡੈਫੀਨੇਸ਼ਨ ਕੀ ਹੈ, ਉਹ ਕਹਿੰਦੇ ਨੇ ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ, ਉਹਨਾਂ ਦੀ ਡੈਫੀਨੇਸ਼ਨ ਹੈ। ਜਦੋਂ ਵਿਛੋੜਾ ਪੈ ਜਾਏ ਆਪਣੇ ਪਿਆਰੇ ਤੋਂ, ਮੈਂ ਕਈ ਵਾਰੀ ਸੋਚਦਾ ਹੁੰਦਾ ਵੀ ਅਸੀਂ ਸੰਸਾਰੀ ਜੀਵ ਸੰਸਾਰ ਦੇ ਕਾਰ ਵਿਹਾਰ ਕਰਦੇ, ਉਹ ਵਾਹਿਗੁਰੂ ਪਰਮਾਤਮਾ ਦੀਆਂ ਆਪਣੇ ਗੁਰੂ ਦੀਆਂ ਬਿਸਮਾਦੀ ਗੱਲਾਂ ਨੂੰ ਸਮਝਣ ਦਾ ਯਤਨ ਆਪਣੀ ਸੀਮਤ ਬੁੱਧੀ ਨਾਲ ਕਰਦੇ ਆ। ਗੁਰੂ ਦੀਆਂ ਗੱਲਾਂ ਤਾਂ ਬਿਸਮਾਦੀ ਹੁੰਦੀਆਂ, ਅਤੇ ਗੁਰੂ ਦੀਆਂ ਗੱਲਾਂ ਸੁਣ ਕੇ ਉਹ ਜਿਹੜਾ ਬਿਸਮਾਦ ਨਾਦ ਵਾਲੀ ਗੱਲ ਹੈ ਸਾਰੀ ਦੀ ਸਾਰੀ, ਉਹ ਹੈਰਾਨ ਕਰਨ ਵਾਲਾ ਸੱਚ ਹੈ ਜਿਹੜਾ, ਉਹਨੂੰ ਧਿਆਨ 'ਚ ਰੱਖ ਕੇ ਹੀ ਕੀਤੀਆਂ ਜਾ ਸਕਦੀਆਂ। ਡਾਕਟਰ ਸਾਹਿਬ ਜਦੋਂ ਅਸੀਂ ਪੜ੍ਹਦੇ ਹੁੰਦੇ ਸੀ ਨਾ, ਸਾਡੇ ਪ੍ਰਿੰਸੀਪਲ ਸਾਹਿਬ ਕਹਿੰਦੇ ਹੁੰਦੇ ਸੀ ਇਹ ਗੱਲ, ਬੇਟਾ ਜਿਹੜੀ ਗੱਲ ਸਮਝ ਆ ਜਾਏ ਉਹਨੂੰ ਸਮਝ ਕੇ ਮੰਨ ਲਿਆ ਕਰੋ, ਜਿਹੜੀ ਗੱਲ ਸਮਝ ਵਿੱਚ ਨਾ ਆਵੇ ਉਹਨੂੰ ਸ਼ਰਧਾ ਨਾਲ ਮੰਨ ਲਿਆ ਕਰੋ, ਇਹ ਸੋਚ ਕੇ ਵੀ ਸਾਡੀ ਜਿਹੜੀ ਅਕਲ ਹੈ ਉਹ ਗੁਰੂ ਦੀ ਸਿੱਖਿਆ ਤੋਂ ਬਹੁਤ ਛੋਟੀ ਹੈ, ਇਹ ਗੱਲ ਹਾਲੇ ਸਾਡੀ ਪਕੜ ਵਿੱਚ ਨਹੀਂ ਆਈ। ਉੱਥੇ ਫਿਰ ਸ਼ਰਧਾ ਸ਼ੁਰੂ ਹੁੰਦੀ ਹੈ। ਸਿੱਖ ਦਾ ਜੀਵਨ ਤੇ ਵਿਵੇਕ ਤੇ ਸ਼ਰਧਾ ਤੋਂ ਬਗੈਰ ਪੂਰਾ ਹੁੰਦਾ ਹੀ ਨਹੀਂ। ਗੁਰੂ ਦੀਆਂ ਗੱਲਾਂ ਤੇ ਹੈ ਹੀ ਸਾਰੀਆਂ ਬਿਸਮਾਦੀ, ਤੇ ਗੁਰੂ ਸਾਹਿਬ ਨੇ ਕਿਆ ਖੂਬਸੂਰਤ ਗੱਲਾਂ ਸਾਡੇ ਸਾਹਮਣੇ ਰੱਖੀਆਂ। ਕਲਯੁਗ ਪੰਡਤ ਹੋਇਆ ਇੱਕ, ਉਸ ਪੰਡਤ ਦਾ ਨਾਂ ਕਲਯੁਗ ਸੀ। ਇੱਕ ਜਗ੍ਹਾ ਗਏ ਗੁਰੂ ਸਾਹਿਬ, ਤੇ ਉਹ ਕਲਯੁਗ ਪੰਡੇ ਨੇ ਆਪਣੇ ਸਾਹਮਣੇ ਨਾ ਲੋਟਾ ਰੱਖਿਆ ਹੋਇਆ, ਹਾਂਜੀ, ਤੇ ਅੱਖਾਂ ਬੰਦ ਕੀਤੀਆਂ, ਤੇ ਉੱਚੀ ਉੱਚੀ ਰੌਲਾ ਪਾਉਣ ਲੱਗਾ ਹੋਇਆ, ਮੈਨੂੰ ਹੁਣ ਬ੍ਰਹਮਪੁਰੀ ਦੇ ਦਰਸ਼ਨ ਹੁੰਦੇ ਆ, ਮੈਨੂੰ ਹੁਣ ਸ਼ਿਵਪੁਰੀ ਦੇ ਦਰਸ਼ਨ ਹੋ ਰਹੇ ਆ, ਮੈਨੂੰ ਤ੍ਰੈ ਕਾਲ ਦੇ ਦਰਸ਼ਨ ਹੋ ਰਹੇ ਆ, ਤੇ ਐਂ ਹੋ ਰਿਹਾ ਜਿਉਂ ਹੋ ਰਿਹਾ। ਤੇ ਲੋਕੀ ਮੱਲੋ ਮੱਲੀ ਫਟਾਫਟ ਉਹਦੇ ਲੋਟੇ 'ਚ ਪੈਸੇ ਪਾਈ ਜਾਣ। ਉਹ ਮਾਲਕ ਨੇ ਅੱਖ ਖੋਲ ਕੇ ਐਂ ਕਰਕੇ ਦੇਖ ਲਿਆ ਕਰੇ ਕਿੰਨੇ ਕੁ ਪੈਸੇ ਹੋਏ, ਪੈਸੇ ਥੋੜ੍ਹੇ, ਹੋਰ ਉੱਚੀ ਉੱਚੀ ਰੌਲਾ ਪਾਵੇ। ਗੁਰੂ ਸਾਹਿਬ ਭਾਈ ਮਰਦਾਨੇ ਦੇ ਨਾਲ ਕੋਲ ਬੈਠੇ ਸਨ, ਤੇ ਮਰਦਾਨੇ ਨੂੰ ਇਸ਼ਾਰਾ ਕੀਤਾ, ਤੇ ਮਰਦਾਨੇ ਨੇ ਬਾਟਾ ਚੱਕ ਕੇ ਪਿੱਛੇ ਰੱਖ ਦਿੱਤਾ ਉਹਦੇ। ਤੇ ਜਦੋਂ ਉਹਨੇ ਪੰਡਤ ਨੇ ਅੱਖਾਂ ਜੀ ਖੋਲ ਕੇ ਦੇਖੀ ਨਾ, ਤੇ ਬਾਟਾ ਅਲੋਪ ਸੀ, ਤੇ ਉਸੇ ਵੇਲੇ ਸਮਾਧੀ ਖੁੱਲ੍ਹ ਗਈ। ਅੱਖਾਂ ਖੋਲ ਕੇ ਰੌਲਾ ਪਾਉਣ ਲੱਗਾ ਵੀ ਜਿਹਨੇ ਮੇਰਾ ਲੋਟਾ ਚੱਕਿਆ ਨਾ, ਤੇ ਉਹਨੂੰ ਮੈਂ ਭਸਮ ਕਰ ਦੂੰਗਾ, ਉਹਦਾ ਤਾਂ ਮੈਂ ਸਮੁੰਦਰ 'ਚ ਮਧਾਣੀ ਫੇਰ ਕੇ ਪਰਲੋ ਲਿਆ ਦੂੰਗਾ, ਮੈਂ ਇਹ ਕਰ ਦੂੰਗਾ, ਮੈਂ ਉਹ ਕਰ ਦੂੰਗਾ। ਜਦੋਂ ਇਹ ਸਾਰਾ ਕੁਛ ਉੱਚੀ ਉੱਚੀ ਰੌਲਾ ਪਾਉਣ ਲੱਗਾ, ਪਾ ਹਟਿਆ, ਲੋਕੀ ਉਹਨੇ ਇਕੱਠੇ ਕਰ ਲਏ। ਫਿਰ ਗੁਰੂ ਸਾਹਿਬ ਨੇ ਉਹਨੂੰ ਇੱਕ ਸਵਾਲ ਕੀਤਾ ਹੈ, ਔਰ ਉਹਦਾ ਜ਼ਿਕਰ ਗੁਰਬਾਣੀ ਵਿੱਚ ਕੀਤਾ, ਕੱਲ ਮੈਂ ਰਾਮ ਨਾਮ ਸਾਰ, ਅੱਖੀਂ ਤਾਂ ਮੀਟੈਂ ਨਾਕ ਪਕੜੇ ਠੱਗਣ ਕੋ ਸੰਸਾਰ। ਭਈ ਆਂਟ ਸੇਤੀ ਨਾਕ ਪਕੜੇ, ਆਂਟ ਹੁੰਦੀ ਆ, ਆਂਟ ਸੇਤੀ ਨਾਕ ਪਕੜੇ। ਭਈ ਤੂੰ ਆਂਟ ਨਾਲ ਨੱਕ ਫੜ ਕੇ ਇਹ ਰੌਲਾ ਪਾਉਣਾ ਵੀ ਤੈਨੂੰ ਤ੍ਰੈ ਲੋਹ ਦਿਸਦੇ ਆ, ਵੀ ਜੇ ਤੈਨੂੰ ਤ੍ਰੈ ਲੋਹ ਦਿਸਦੇ ਆ ਤੇ ਤੇਰੇ ਪਿੱਛੇ ਪਿਆ ਲੋਟਾ ਨਹੀਂ ਤੈਨੂੰ ਦਿਖਾਈ ਦਿੰਦਾ। ਜਦੋਂ ਗੁਰੂ ਨਾਨਕ ਸਾਹਿਬ ਨੇ ਕਿਹਾ ਨਾ ਵੀ ਤੈਨੂੰ ਪਿੱਛੇ ਪਿਆ ਲੋਟਾ ਨਹੀਂ ਦਿਸਦਾ, ਤੇ ਜਦੋਂ ਪੰਡਿਤ ਨੇ ਪਿੱਛੇ ਮੁੜ ਕੇ ਦੇਖਿਆ, ਸੱਚਮੁੱਚ ਹੀ ਲੋਟਾ ਪਿੱਛੇ ਪਿਆ ਸੀਗਾ, ਤੇ ਉਹਦਾ ਜਿਹੜਾ ਪਾਜ ਸੀ ਉਹਦਾ ਉਹ ਖੁੱਲ੍ਹ ਗਿਆ ਲੋਕਾਂ ਦੇ ਵਿੱਚ। ਹੁਣ ਉਹਦਾ ਨਾਂ ਵੀ ਕਲਯੁਗ ਸੀ। ਇਹ ਵੀ ਗੱਲ ਸਿੱਖ ਧਰਮ ਦੇ ਵਿੱਚ ਇੱਕ ਸਾਖੀ ਦੇ ਰੂਪ ਦੇ ਵਿੱਚ ਸੰਭਾਲ ਕੇ ਰੱਖੀ ਹੋਈ ਆ। ਅਸੀਂ ਇਹ ਵੇਖਣਾ ਹੈ ਵੀ ਇਹ ਸਾਡੇ ਵਾਸਤੇ ਬਹਿਸ ਦਾ ਵਿਸ਼ਾ ਨਹੀਂ ਹੈ।
ਜੀ। ਭਈ ਉਹ ਸਤਜੁਗ ਦੀ ਉਮਰ ਕਿੰਨੀ ਸੀ ਤੇ ਕਲਯੁਗ ਦੀ ਕਿੰਨੀ ਉਮਰ ਹੈ। ਠੀਕ ਠੀਕ ਹੈ। ਸਤਜੁਗ ਕਿੱਥੇ ਮੁੱਕਾ ਸੀ ਤੇ ਕਲਯੁਗ ਕਿੱਥੇ ਸ਼ੁਰੂ ਹੋਇਆ ਤੇ ਕਦੋਂ ਮੁੱਕਣਾ ਤੇ ਕਦੋਂ ਇਹਨੇ ਗਰਕ ਹੋਣਾ, ਸਾਡੀ ਇਹ ਨਹੀਂ ਇਹ ਸਮੱਸਿਆ। ਸਾਡੀ ਸਮੱਸਿਆ ਇਹ ਹੈ ਵੀ ਚਾਰੇ ਵੇਦ ਹੋਏ ਸਚਿਆਰ, ਪੜ੍ਹੇ ਗੁਣੇ ਤਿੰਨ ਚਾਰ ਵਿਚਾਰ, ਭਾਉ ਭਗਤ ਕਰ ਨੀਚ ਸਦਾਏ, ਤਉ ਨਾਨਕ ਮੁਖ ਅੰਤਰ ਪਾਏ। ਸਾਡੀ ਜ਼ਿੰਦਗੀ ਦਾ ਨਿਸ਼ਾਨਾ ਤਾਂ ਮੁਖ ਅੰਤਰ ਦੀ ਪ੍ਰਾਪਤੀ ਹੈ। ਮੁਖ ਅੰਤਰ ਮੋਕਸ਼ ਦਾ ਦੁਆਰਾ, ਮੁਕਤੀ। ਮੁਕਤੀ ਕਾਹਤੋਂ? ਦੁਨੀਆਦਾਰੀ ਤੋਂ ਨਹੀਂ ਮੁਕਤੀ, ਵਿਕਾਰਾਂ ਤੋਂ। ਉਹ ਜਿਹੜੀ ਸਾਡੇ ਅੰਦਰ ਬੈਠੀ ਮੱਤ ਆ ਨਾ, ਭਲਾ ਹੁਆ ਮੇਰੀ ਪਹਿਲੀ ਮੋਈ, ਜਿਹਨੂੰ ਕਬੀਰ ਸਾਹਿਬ ਨੇ ਆਖਿਆ ਨਾ, ਪਹਿਲੀ ਕਰੂਪ ਕੁਜਾਤ ਕੁਲੱਖਣੀ ਸਹੁਰੇ ਪਈਏ ਬੁਰੀ। ਉਹ ਜਿਹੜੀ ਮੱਤ ਹੈ ਉਹਨੂੰ ਖਤਮ ਕਰਨਾ ਆਪਣੇ ਅੰਦਰੋਂ। ਪੜ੍ਹੇ ਗੁਣੇ ਤਿੰਨ ਚਾਰ ਵਿਚਾਰ, ਚਾਰ ਸੁੰਦਰ ਵਿਚਾਰ। ਵਿਚਾਰ ਜਿਹੜਾ ਮਨੁੱਖ ਇਹਨਾਂ ਦੀ ਵਿਚਾਰ ਕਰਦਾ, ਪੜ੍ਹਦਾ ਤੇ ਵਿਚਾਰਦਾ, ਉਹਨਾਂ ਦੇ ਜਿਹੜੇ ਸੋਚ ਹੈ ਉਹ ਖੂਬਸੂਰਤ ਹੋ ਜਾਂਦੀ ਹੈ। ਖੂਬਸੂਰਤ ਹੋ ਕੀ ਹੁੰਦੀ? ਭਾਉ ਭਗਤ ਕਰ ਨੀਚ ਸਦਾਏ। ਭਾਉ ਭਗਤ, ਭਾਉ ਪ੍ਰੇਮ, ਭਗਤ ਭਗਤੀ। ਪਰਮਾਤਮਾ ਦੇ ਨਾਲ ਪ੍ਰੇਮਾ ਭਗਤੀ ਕਰਨ ਦੇ ਬਾਅਦ ਆਪਣੇ ਆਪ ਨੂੰ ਦੂਸਰਿਆਂ ਤੋਂ ਨੀਵਾਂ ਸਦਾਏ, ਨਿਰਮਾਣ ਰਵੇ, ਨਿਮਰਤਾ ਵਿੱਚ ਰਹੇ, ਤਉ ਨਾਨਕ ਮੋਖ ਅੰਤਰ ਪਾਏ। ਇਹ ਨਾਨਕ ਤਾਂ ਉਸ ਅਵਸਥਾ ਵਿੱਚ ਜਾ ਕੇ ਇਹਨਾਂ ਵਿਕਾਰਾਂ ਤੋਂ ਜਿਹੜੀ ਮੁਕਤੀ ਹੈ ਉਹ ਪ੍ਰਾਪਤ ਹੋ ਸਕਦੀ ਹੈ। ਸਾਡੇ ਵਿਸ਼ਵਾਸ ਦੇ ਮੁਤਾਬਕ, ਗੁਰੂ ਸਾਹਿਬ ਦੇ ਵਿਸ਼ਵਾਸ ਦੇ ਮੁਤਾਬਕ, ਇਹ ਸਤਜੁਗ, ਤ੍ਰੇਤਾ, ਦੁਆਪਰ, ਕਲਯੁਗ ਵੱਖ-ਵੱਖ ਸਮੇਂ ਦਾ ਨਾਂ ਨਹੀਂ ਹੈਗੇ। ਇਹ ਸਾਡੇ ਕਰਮਾਂ ਦੇ, ਸਾਡੀ ਬਿਰਤੀ ਦੇ, ਸਾਡੀ ਸੋਚ ਦਾ ਹਿੱਸਾ ਹੈ। ਅੱਜ ਵੀ ਅਸੀਂ ਸਤਜੁਗ ਦੇ ਵਿੱਚ ਜ਼ਿੰਦਗੀ ਜਿਉ ਸਕਦੇ ਹਾਂ। ਅੱਜ ਵੀ ਅਸੀਂ ਦੁਆਪਰ, ਤ੍ਰੇਤੇ ਦੇ ਚੰਗੇ ਗੁਣ ਆਪਣੇ ਜੀਵਨ 'ਚ ਧਾਰਨ ਕਰ ਸਕਦੇ ਹਾਂ। ਤੇ ਜੇ ਨਹੀਂ ਕਰਾਂਗੇ ਫਿਰ ਸਾਡਾ ਜੀਵਨ ਸੱਚਮੁੱਚ ਹੀ ਕਲਯੁਗ ਰਥ ਅਗਨ ਕਾ ਕੂੜ ਅੱਗੇ ਰਥਵਾ ਵਾਲੀ ਜਿਹੜੀ ਗੱਲ ਹੈ ਉਹ ਬਣੀ ਰਹੂ। ਭਾਈ ਸਾਹਿਬ ਜੀ, ਇੱਕ ਮਿਥਿਹਾਸ ਦੀ ਸਾਖੀ ਸਮਝਾਉਣ ਵਾਸਤੇ ਆਪਾਂ ਪੜ੍ਹਦੇ ਹੁੰਦੇ ਸਾਂ ਕਿ ਜਿਸ ਸਤਜੁਗ ਦੇ ਵਿੱਚ ਕਹਿੰਦੇ ਸਨ ਕਿ ਜੇ ਕਿਸੇ ਨੇ ਪਾਪ ਕੀਤਾ ਹੈ ਤੇ ਉਹਦਾ ਫਲ ਭੁਗਤਣਾ ਪੈਂਦਾ ਸੀ ਸਾਰੇ ਦੇਸ਼ ਨੂੰ। ਤ੍ਰੇਤਾ ਆਇਆ, ਜਿਹਨੇ ਕੀਤਾ ਉਹ ਸਾਰੀ ਸਟੇਟ ਨੂੰ। ਦੁਆਪਰ ਆ ਗਿਆ ਤਾਂ ਸਾਰਾ ਕੁੜਮਾ, ਪਰਿਵਾਰ। ਤੇ ਕਲਯੁਗ ਦੇ ਵਿੱਚ ਕਹਿੰਦੇ ਨੇ ਕਿ ਕਿਸੇ ਨੇ ਉਹ ਪੰਕਤੀਆਂ ਦੋ ਲਿਖੀਆਂ, ਕਹਿੰਦੇ ਕਿ ਜੇ ਕਲਯੁਗ ਨਹੀਂ ਜੇ ਕਰਯੁਗ ਹੈ, ਕਿਆ ਖੂਬ ਸੌਦਾ ਸਸਤਾ ਹੈ ਕਿ ਜੇ ਬਾਏਂ ਦੇ ਉਹ ਦਾਏਂ ਲੈ। ਵੀ ਜਿਹਨੇ ਕੀਤੀ ਉਸੇ ਵੇਲੇ ਨਗਦੋ ਨਗਦ ਸੌਦਾ, ਨਗਦ ਦਾ ਹਿਸਾਬ ਕਿਤਾਬ ਹੋ ਜਾਂਦਾ। ਜਿਹੜੀ ਗੱਲ ਪਹਿਲਾਂ ਆਪਾਂ ਇਸ ਅੱਜ ਦਾ ਇਹ ਵਿਸ਼ਾ ਸ਼ੁਰੂ ਕਰਨ ਤੋਂ ਪਹਿਲਾਂ ਕਰਦੇ ਰਹੇ, ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ। ਪਈ ਚੀਜ਼ ਕੀ ਹੈ ਮਨ ਭਾਉਂਦੇ, ਰਾਹ ਭੀੜੇ ਅੱਗੇ ਜਾਵਣਾ। ਵੀ ਜਿਹਨਾਂ ਲੋਕਾਂ ਨੇ ਜ਼ਿੰਦਗੀ ਦੇ ਵਿੱਚ ਮਨ ਮਰਜ਼ੀਆਂ ਕੀਤੀਆਂ, ਮਨ ਦੇ ਮਗਰ ਲੱਗੇ, ਗੁਰਬਾਣੀ ਨੇ ਵਾਰ-ਵਾਰ ਇਹ ਗੱਲ ਕੀਤੀ ਹੈ ਭਈ ਮਨ ਦੀ ਮੱਤ ਤਿਆਗਣੀ ਹੈ, ਗੁਰੂ ਦੀ ਮੱਤ ਧਾਰਨ ਕਰਨੀ ਹੈ। ਇਹ ਤਮਾਰਕ ਚੱਲੇ ਭਾਈ ਅੜੇ, ਗੁਰ ਕਹੇ ਸੋ ਕਾਰ ਕਮਾਏ ਜੀਓ। ਤਿਆਗੈ ਮਨ ਕੀ ਮਤੜੀ, ਵਿਸਾਰੇ ਦੂਜਾ ਭਾਵ ਜੀਓ। ਇਉਂ ਭਾਵੇਂ ਹਰ ਦਰਸਾਵੜਾ, ਨਾ ਲਾਗੇ ਤਤੀ ਵਾਵ ਜੀਓ। ਵੀ ਆਪਣੇ ਮਨ ਦੀ ਮੱਤ ਤਿਆਗ ਕੇ ਗੁਰੂ ਦੀ ਮੱਤ ਨੂੰ ਧਾਰਨ ਕਰਕੇ ਉਹਦੇ ਮੁਤਾਬਕ ਆਪਣਾ ਜੀਵਨ ਜਿਉਣਾ ਹੈ। ਫਿਰ ਇਸ ਜੀਵਨ ਦੇ ਵਿੱਚ ਤੱਤੀ ਹਵਾ ਨਹੀਂ ਲਾਗੇ ਆਉਂਦੀ। ਤੱਤੀ ਹਵਾ ਕਿਵੇਂ ਲੱਗ ਜਾਊਗੀ ਸਾਡੇ ਜੀਵਨ ਨੂੰ? ਜਦੋਂ ਗੁਰੂ ਨੇ ਹੀ ਸਾਡਾ ਜਿਹੜਾ ਓਟ ਆਸਰਾ ਤੱਕ ਲਿਆ, ਜਦੋਂ ਗੁਰੂ ਨੇ ਹੀ ਸਾਡੇ ਸਿਰ ਦੇ ਉੱਤੇ ਹੱਥ ਰੱਖ ਲਿਆ। ਮੈਂ ਨਾ ਇੱਕ ਬੜੇ ਖੂਬਸੂਰਤ ਬਚਨ ਨੇ, ਹਉ ਗੁਸਾਈ ਦਾ ਪਹਿਲਵਾਨੜਾ, ਮੈਂ ਗੁਰਮਲ ਉੱਚ ਦਮਾਲੜਾ, ਸਭ ਕੋਈ ਛਿੰਝ ਇਕੱਠੀਆਂ ਡੈ ਬੈਠਾ ਵੇਖੇ ਆਪ ਜਿਓ। ਬਾਤ ਵੱਜਣ ਟਮਕ ਭੇਰੀਆਂ, ਮਲੱਥੇ ਲੈਂਦੇ ਫੇਰੀਆਂ, ਨੇਹ ਤੇ ਪੰਜ ਜਵਾਨ ਮੈਂ, ਗੁਰ ਥਾਪੀ ਦਿੱਤੀ ਕੰਡ ਜਿਓ। ਬਸ ਗੁਰ ਥਾਪੀ ਦਿੱਤੀ ਕੰਡ ਜਿਓ। ਮੈਂ ਤਾਂ ਉਸ ਪ੍ਰਮਾਤਮਾ ਦਾ, ਆਪਣੇ ਗੁਰੂ ਦਾ ਪਹਿਲਵਾਨ ਹੈ ਤੇ ਦਮਾਲੇ ਦਾ ਘੋਲ ਜਿੱਤਿਆ ਮੈਂ। ਦਮਾਲੇ ਦਾ ਘੋਲ ਜੋ ਛਿੰਝਾਂ ਪੈਂਦੀਆਂ ਹੁੰਦੀਆਂ ਸੀ ਨਾ, ਦਮਾਲੇ ਦਾ ਘੋਲ ਹੁੰਦਾ ਸੀ, ਉਹ ਮੈਂ ਘੋਲ ਜਿੱਤਿਆ। ਜਿੱਤਿਆ ਕਿਵੇਂ ਆ? ਗੁਰ ਥਾਪੀ ਦਿੱਤੀ ਕੰਡ ਜਿਓ। ਗੁਰੂ ਦੀ ਦਿੱਤੀ ਹੋਈ ਆਪਣੀ ਪਿੱਠ ਤੇ ਥਾਪੀ ਦੇ ਨਾਲ ਮੈਂ ਇਹ ਸਾਰੇ ਵਿਕਾਰਾਂ ਨੂੰ ਢਾਲਿਆ ਤੇ ਇਸ ਜ਼ਿੰਦਗੀ ਦੇ ਵਿੱਚ ਜੇਤੂ ਬਣ ਕੇ ਆਨੰਦਮਈ ਆਪਣਾ ਜੀਵਨ ਜੀਵਿਆ। ਤੇ ਇਹ ਸਾਡਾ ਨਿਸ਼ਾਨਾ ਹੈ। ਸੋ ਨਾ ਨਰਕਾਂ ਤੋਂ ਡਰਨਾ ਹੈ, ਨਾ ਸਵਰਗਾਂ ਦਾ ਲਾਲਚ ਕਰਨਾ ਹੈ, ਨਾ ਕਲਯੁਗ ਤੋਂ ਡਰਨਾ ਹੈ, ਨਾ ਸਤਯੁਗ ਦੀ ਲਾਲਸਾ ਕਰਨੀ ਹੈ। ਕਲਯੁਗ ਦੇ ਰਹਿੰਦਿਆਂ ਆਲੇ ਦੁਆਲੇ, ਕਲਯੁਗ ਹੁੰਦਿਆਂ ਹੀ ਸਤਯੁਗ ਵਾਲਾ ਜੀਵਨ ਜਿਉਣਾ ਹੈ। ਤੇ ਇਹ ਸੰਭਵ ਹੋ ਸਕਦਾ ਹੈ।
ਇੰਪੋਸੀਬਲ ਨਹੀਂ ਹੈ, ਇਹ ਪੋਸੀਬਲ ਹੈ। ਤੇ ਗੁਰੂ ਨੇ ਇਸ ਗੱਲ ਦਾ ਸਾਡੇ ਨਾਲ ਵਚਨ ਕੀਤਾ ਹੈ ਤੇ ਗੁਰੂ ਹਮੇਸ਼ਾ ਆਪਣੇ ਬਿਰਦਵਾਣੇ ਦੀ ਪੈਜ ਰੱਖਦਾ ਹੈ, ਲਾਜ ਰੱਖਦਾ ਹੈ। ਲੋੜ ਤਾਂ ਸਿਰਫ ਇੰਨੀ ਕੁ ਹੈ, ਸਾਨੂੰ ਆਪਣੇ ਤੇ ਗੁਰੂ ਦੇ ਵਿਚਕਾਰੋਂ ਆਪਣੇ ਆਪ ਨੂੰ ਮਾਈਨਸ ਕਰਨ ਦੀ ਲੋੜ ਹੈ। ਸੋ ਕਲਯੁਗ ਬਾਰੇ ਭਾਈ ਗੁਰਦਾਸ ਜੀ ਥਾਂ ਥਾਂ ਫਰਮਾਉਂਦੇ ਨੇ ਕਿ ਕਲਯੁਗ ਬਾਬੇ ਤਾਰਿਆ, ਹਾਂ, ਸਤਨਾਮ ਪੜ ਮੰਤਰ ਸੁਣਾਇਆ, ਕਲ ਤਾਰਨ ਗੁਰੂ ਨਾਨਕ ਆਇਆ। ਹੁਣ ਉਹੀ ਹੈ ਨਾ ਵੀ ਕਲਯੁਗ ਵਾਲੀ ਜਿਹੜੀ ਮੱਤ ਸੀ, ਉਹਨੂੰ ਸਤਨਾਮ ਦਾ ਮੰਤਰ ਸੁਣਾ ਕੇ ਸੱਚੇ ਵਾਹਿਗੁਰੂ ਪਰਮਾਤਮਾ ਦੇ ਨਾਮ ਦੀ ਗੱਲ ਕਰਕੇ ਉਹ ਸਾਰੇ ਲੋਕਾਂ ਨੂੰ ਇਸ ਭਾਵ ਸਾਗਰ ਤੋਂ ਤਾਰ ਦਿੱਤਾ। ਜਦੋਂ ਸਿੱਧਾ ਨਾਂ ਸਿੱਧ ਗੋਸ਼ਟ ਕਰਕੇ ਸਾਹਿਬ ਸੱਚੇ ਪਾਤਸ਼ਾਹ ਪਰਬੰਧਾਂ ਗਏ ਤੇ ਉੱਥੇ ਜਿਹੜੀ ਸਿੱਧ ਕਹਿੰਦੇ ਨੇ, ਸਿੱਧ ਆਖਣ ਸ਼ੁਭ ਬਚਨ, ਧੰਨ ਨਾਨਕ ਤੇਰੀ ਵੱਡੀ ਕਮਾਈ, ਵੱਡਾ ਪੁਰਖ ਪ੍ਰਗਟਿਆ, ਕਲਯੁਗ ਅੰਦਰ ਜੋਤ ਜਗਾਈ। ਉੱਥੇ ਵੀ ਸੋ ਸਾਹਿਬ ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਜੋ ਕਲਯੁਗ ਦੀ ਵਿਆਖਿਆ ਬਾਣੀ ਵਿੱਚ ਕਰਦੇ ਨੇ, ਉਹ ਗੁਰੂ ਸਾਹਿਬ ਦੀ ਬਾਣੀ ਪੰਚਮ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਕੀ ਕਹਿੰਦੇ ਨੇ, ਅਤੇ ਅਖੀਰ ਦੇ ਉੱਤੇ ਜਿਹੜਾ ਨਿਬੇੜਾ ਹੋਣਾ ਹੈ ਇਹ ਕਲਯੁਗ ਦਾ, ਉਹਦੇ ਵਿੱਚ ਸਭ ਤੋਂ ਪ੍ਰਧਾਨ ਉੱਥੇ ਜੋ ਪ੍ਰਧਾਨ ਕਲਯੁਗ ਦੇ ਵਿੱਚ ਹੈ ਉਹ ਹੈ ਨਾਮ ਸੇਵਾ ਸਿਮਰਨ। ਕਲਯੁਗ ਮੈਂ ਕੀਰਤਨ ਪ੍ਰਧਾਨਾ, ਗੁਰਮੁਖ ਜਪੀਏ ਲਾਏ ਧਿਆਨਾ। ਤੇ ਕਲਯੁਗ ਭਾਈ ਸਾਹਿਬ ਜੀ ਕਲਯੁਗ ਕਹਿੰਦੇ, ਕਲਯੁਗ ਬੀਜ ਬੀਜੇ ਬਿਨ ਨਾਵੈ, ਸਭ ਲਾਹਾ ਮੂਲ ਗਵਾਇਆ। ਵੀ ਇਸ ਸਮੇਂ ਦੇ ਵਿੱਚ ਨਾਮ ਦੇ ਬੀਜ ਤੋਂ ਬਗੈਰ ਕੋਈ ਹੋਰ ਬੀਜ ਬਾਕੀ ਸਭ ਕੁਝ ਤੇ ਸਮਝੋ ਆਪਣੀ ਜ਼ਿੰਦਗੀ ਦਾ ਜਿਹੜਾ ਲਾਹਾ ਲੈਣਾ ਸੀ ਨਾ, ਉਹ ਸਾਰਾ ਗਵਾ ਲਿਆ, ਸਾਰਾ ਕੁਝ ਖਤਮ ਹੋ ਗਿਆ। ਬਹੁਤ ਸੰਖੇਪ ਸੀ ਸਮਾਂ। ਹਾਂਜੀ, ਅਗੇਨ ਇਹਨੂੰ ਕੋਈ ਇਹ ਨਾ ਸਮਝੇ ਕਿ ਅਸੀਂ ਇਹਨਾਂ ਯੁੱਗਾਂ ਨੂੰ ਨਹੀਂ ਮੰਨਦੇ, ਕੋਈ ਇਹ ਨਾ ਕਵੇ ਇਹਨਾਂ ਵੇਦਾਂ ਨੂੰ ਨਹੀਂ ਮੰਨਦੇ, ਕੋਈ ਇਹ ਨਾ ਕਵੇ ਕਲਯੁਗ ਨੂੰ ਨਹੀਂ ਮੰਨਦੇ। ਇਹ ਜੋ ਕੁਝ ਵੀ ਗੁਰੂ ਸਾਹਿਬ ਨੇ ਲਿਖਿਆ ਹੈ ਇਹ ਸਿੰਬੋਲਿਕ ਹੈ, ਇਹ ਹਵਾਲੇ ਦੇ ਕੇ ਲਿਖਿਆ। ਹਵਾਲੇ ਉਹਨਾਂ ਗੱਲਾਂ ਤੇ ਜਿਹੜੀਆਂ ਗੱਲਾਂ ਪ੍ਰਚਲਿਤ ਹੁੰਦੀਆਂ ਤੇ ਉਹਦੇ ਵਿੱਚੋਂ ਉਹਨਾਂ ਨੇ ਆਪਣਾ ਜਿਹੜਾ ਸਿਧਾਂਤ ਹੈ ਉਹ ਸਾਡੇ ਸਾਹਮਣੇ ਰੱਖਿਆ। ਸੰਸਕ੍ਰਿਤ ਦਾ ਇੱਕ ਸਿਧਾਂਤ ਹੈ, ਸੰਸਕ੍ਰਿਤ ਵਿਆਕਰਨ ਦਾ ਇੱਕ ਸਿਧਾਂਤ ਹੈ, ਉਸ਼ਟ ਲੱਕੜ ਨਿਆਈ, ਊਠ ਤੇ ਲੱਖੀ ਲੱਕੜ ਦੀ ਤਰ੍ਹਾਂ, ਵੀ ਦੂਸਰਿਆਂ ਦੇ ਵਿਸ਼ਵਾਸਾਂ ਦਾ ਹਵਾਲਾ ਦੇਣ ਤੋਂ ਬਾਅਦ ਫਿਰ ਜਿਹੜਾ ਆਪਣਾ ਸਿਧਾਂਤ ਹੈ ਉਹ ਦੇਣਾ। ਇਹਦੇ ਵਿੱਚ ਵੀ ਗੁਰੂ ਸਾਹਿਬਾਂ ਨੇ ਦੂਸਰੇ ਬਣ ਚੁੱਕੇ ਵਿਸ਼ਵਾਸਾਂ ਦਾ ਹਵਾਲਾ ਦੇ ਕੇ ਨਾਲ ਆਪਣਾ ਸਿਧਾਂਤ ਦੇ ਦਿੱਤਾ, ਭਾਉ ਭਗਤ ਕਰ ਨੀਚ ਸਦਾਏ, ਤੋ ਨਾਨਕ ਮੁਖ ਅੰਤਰ ਪਾਏ। ਇਹ ਗੁਰੂ ਸਾਹਿਬ ਦਾ ਸਿਧਾਂਤ ਹੈ। ਇਹਦੀ ਬਹੁਤ ਬਰੀਫਲੀ ਤੁਹਾਡੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਹੈ। ਸਮਾਂ ਸਾਡਾ ਸਮਾਪਤ ਹੋ ਚੱਲਿਆ ਤੇ ਡਾਕਟਰ ਸਾਹਿਬ ਇਹ ਆਪਣਾ ਸੀਰੀਅਲ ਵੀ ਅੱਜ ਖਤਮ ਹੋ ਗਿਆ। ਸੋ ਇਹ ਜਿਹੜਾ ਮਿਨੀ ਸੀਰੀਅਲ ਸੀ ਸਿੱਖ ਫਿਲਾਸਫੀ ਦਾ, 4-5 ਪ੍ਰੋਗਰਾਮ ਜੋ ਕੀਤੇ ਨੇ ਤੁਹਾਡੀ ਡਿਮਾਂਡ ਦੇ ਉੱਤੇ, ਜੋ ਤੁਸੀਂ ਭੇਜਿਆ ਹੈ ਉਹਨਾਂ ਦੇ ਉੱਤੇ ਭਾਈ ਸਾਹਿਬ ਨੇ ਖੋਜ ਕਰਕੇ ਇਹ 4-5 ਪ੍ਰੋਗਰਾਮ ਕੀਤੇ ਨੇ। ਹੁਣ ਇਹ ਖਤਮ ਕਰ ਦੇਣੇ ਆ, ਪਰ ਜੇ ਤੁਸੀਂ ਮਹਿਸੂਸ ਕਰੋ ਤੁਹਾਡੇ ਕੋਲ ਹੋਰ ਹੋਣ ਵਿਸ਼ੇ, ਕੁਝ ਸਮਾਂ ਠਹਿਰ ਕੇ ਉਹਨਾਂ ਦੇ ਉੱਤੇ ਦੁਬਾਰਾ ਫਿਰ ਵਿਚਾਰ ਵੀ ਕੀਤੀ ਜਾ ਸਕਦੀ ਹੈ, ਤੁਹਾਡੇ ਨਾਲ ਵਿਚਾਰ ਵੀ ਸਾਂਝੀ ਕੀਤੀ ਜਾ ਸਕਦੀ ਹੈ। ਤੇ ਇਹ ਜਿਹੜਾ ਅਸੀਂ 4 ਜਿਹੜੇ ਤੁਸੀਂ ਸਾਨੂੰ ਕਿਹਾ ਸੀ ਕਰਨ ਵਾਸਤੇ ਉਹ ਅਸੀਂ ਕਰ ਲਏ ਆ, ਸੇਵਾ ਆਪਣੀ ਪੂਰੀ ਕਰ ਲਈ ਆ। ਪਤਾ ਨਹੀਂ ਕਿੰਨੇ ਕੁ ਇਹਦੇ ਵਿੱਚ ਸਫਲ ਹੋ ਸਕੇ ਆ, ਇਹ ਤੁਸੀਂ ਜਾਣਦੇ ਹੋ। ਜਿੰਨੀ ਕੁ ਗੁਰੂ ਨੇ ਮਤ ਬੁੱਧੀ ਬਖਸ਼ਿਸ਼ ਕੀਤੀ ਹੈ ਉਹਦੇ ਮੁਤਾਬਕ ਤੁਹਾਡੇ ਨਾਲ ਵਿਚਾਰ ਸਾਂਝੇ ਕੀਤੇ ਆ। ਸੋ ਕਲਯੁਗ ਦੀ ਜੋ ਗੱਲ ਹੈ ਇੱਥੇ ਕਹਿ ਕੇ ਸਮਾਪਤ ਕਰਦੇ ਭਾਈ ਸਾਹਿਬ ਜੀ ਕਿ ਕਲ ਮੈਂ ਮੁਕਤ ਨਾਮ ਤੇ ਪਾਵਤ, ਗੁਰੂ ਜੈ ਭੇਦ ਬਤਾਵੈ, ਕਹੋ ਨਾਨਕ ਸੋਈ ਨਰ ਗੁਰੂਆ, ਜੋ ਪ੍ਰਭ ਕੇ ਗੁਣ ਗਾਵੇ। ਪ੍ਰਭੂ ਦੇ ਗੁਣ ਗਾ ਕੇ ਉਹੀ ਸਫਲ ਹੈ। ਇਹ ਜੋ ਕਲਯੁਗ ਹੈ, ਸਤਯੁਗ ਹੈ, ਨਰਕ ਹੈ, ਸੁਰਗ ਹੈ, ਪ੍ਰਭੂ ਦੇ ਗੁਣ ਗਾ ਕੇ ਉਹਦੇ ਨਾਲ ਇੱਕਮਿਕ ਹੋ ਜਾਣਾ ਆਨੰਦ ਦੀ ਅਵਸਥਾ ਵਿੱਚ। ਕਿਉਂਕਿ ਗੁਣ ਗਾਉਣਾ ਹੀ ਇਸ ਕਰਕੇ ਆ, ਜਦੋਂ ਨਾਮ ਦੀ ਗੱਲ ਕੀਤੀ ਸੀ, ਸਿਮਰਨ ਦੀ ਗੱਲ ਕੀਤੀ ਸੀ, ਸਿਰ ਕੀਤੀ ਸੀ ਵੀ ਵਾਹਿਗੁਰੂ ਦੇ ਗੁਣ ਇਸ ਕਰਕੇ ਗਾਉਣੇ ਆ ਕਿ ਉਹਦੇ ਗੁਣ ਗਾਉਂਦੇ ਗਾਉਂਦੇ ਉਹਨਾਂ ਗੁਣਾਂ ਨੂੰ ਆਪਣੀ ਜ਼ਿੰਦਗੀ 'ਚ ਵਸਾ ਲਈਏ ਅਸੀਂ, ਉਹ ਗੁਣ ਸਾਡੀ ਜ਼ਿੰਦਗੀ ਦਾ ਹਿੱਸਾ ਬਣ ਜਾਣ। ਜਦੋਂ ਜ਼ਿੰਦਗੀ ਦਾ ਹਿੱਸਾ ਉਹ ਗੁਣ ਬਣ ਜਾਣਗੇ ਫਿਰ ਸਾਡੇ ਵਿੱਚ ਤੇ ਪਰਮਾਤਮਾ ਵਿੱਚ ਜਿਹੜੀ ਪਈ ਹੋਈ ਜਿਹੜੀ ਵਿਥਿਆ ਉਹ ਜਿਹੜੀ ਹੈ ਉਹ ਦੂਰ ਹੋ ਜਾਣੀ ਹੈ। ਤੇ ਉਹ ਜਿਹੜੀ ਹੈ ਮੱਤ ਹੈ ਜਿਹੜੀ ਜਤ ਪਹਾਰਾ ਧੀਰੇ ਸੁਨਿਆਰ, ਐਰਨ ਮਤ ਬੇਦ ਹਥਿਆਰ, ਪੌ ਖਲਾ ਅਗਨ ਤਪ ਤਾਓ, ਭਾਂਡਾ ਪਾਓ ਅੰਮ੍ਰਿਤ ਢਾਲ, ਘੜੀ ਹੈ ਸ਼ਬਦ ਸੱਚੀ ਟਕਸਾਲ। ਬਸ ਉਹ ਸ਼ਬਦ ਦੀ ਸੱਚੀ ਟਕਸਾਲ ਦੇ ਵਿੱਚ ਆਪਣੀ ਮਤ ਨੂੰ ਘੜਨਾ ਹੈ। ਜਦੋਂ ਮਤ ਘੜ ਹੋ ਜੂਗੀ ਫਿਰ ਸਾਡਾ ਜਿਹੜਾ ਜੀਵਨ ਹੈ ਉਹ ਸਫਲ ਹੋ ਜਾਊਗਾ ਗੁਰੂ ਦੀ ਕਿਰਪਾ ਨਾਲ। ਗੁਣ ਇਸ ਕਰਕੇ ਗਾਉਣੇ ਨੇ,
ਇਸ ਕਰਕੇ ਨਹੀਂ ਵਾਹਿਗੁਰੂ ਵਾਹਿਗੁਰੂ ਕਹਿਣਾ ਕਿ ਉਹਦੇ ਨਾਲ ਉਹ ਵੱਡਾ ਹੋ ਜਾਂਦਾ, ਨਾ ਕਵਾਂਗੇ ਛੋਟਾ ਨਹੀਂ। ਵੱਡਾ ਨਾ ਹੋਵੇ ਘਾਟ ਨਾ ਗੁਣ ਕਹਿ ਗੁਣੀ ਸਮਾ ਸਮਾਵਣਿਆ, ਉਹਨਾਂ ਗੁਣਾਂ ਦੇ ਵਿੱਚ ਆਪਣਾ ਆਪ ਸਮਾ ਲੈਣਾ। ਭਾਵ ਜਿਸ ਤਰ੍ਹਾਂ ਪਹਿਲਾਂ ਦੱਸਿਆ ਕਿ ਜਿਉਂ ਪਾਣੀ ਸੰਗ ਪਾਣੀ, ਉਹ ਅਵਸਥਾ ਬਣ ਜਾਣੀ ਹੈ ਆਨੰਦ ਦੇ ਵਿੱਚ। ਅਤੇ ਜਦੋਂ ਉਸ ਨਾਨਕ ਲੀਨ ਭਇਓ ਗੋਬਿੰਦ ਸਿੰਘ ਜਿਉਂ ਪਾਣੀ ਸੰਗ ਪਾਣੀ, ਉਸ ਅਵਸਥਾ 'ਤੇ ਪਹੁੰਚ ਗਏ ਤਾਂ ਫਿਰ ਆ ਨਰਕ ਸੁਰਗ ਪਿੱਛੇ ਰਹਿਣ ਵਾਲੀਆਂ ਗੱਲਾਂ ਨੇ। ਸੋ ਦੁਬਾਰਾ ਫਿਰ ਮੈਂ ਬੇਨਤੀ ਕਰ ਦੇਵਾਂ, ਸਾਡਾ ਕੋਈ ਇਹ ਆਸ਼ਾ ਨਹੀਂ ਸੀ ਕਿਸੇ ਧਰਮ ਦੇ ਉੱਤੇ, ਕਿਸੇ ਚੱਲ ਰਹੀ ਪ੍ਰਥਾ ਦੇ ਉੱਤੇ ਜਾਂ ਕਿਸੇ ਨੂੰ ਅਟੈਕ ਕਰ ਠੇਸ ਪਹੁੰਚਾਉਣ ਵਾਸਤੇ ਕੋਈ ਗੱਲ ਕੀਤੀ ਹੈ। ਗੁਰਬਾਣੀ ਕੀ ਕਹਿੰਦੀ ਹੈ, ਗੁਰਮਤਿ ਕੀ ਕਹਿੰਦੀ ਹੈ, ਆ ਜੋ ਚੱਲ ਰਹੀਆਂ ਸਾਡੀਆਂ ਰੀਤਾਂ ਨੇ ਉਹਨਾਂ ਬਾਰੇ, ਅਤੇ ਇਹਨਾਂ ਤੋਂ ਜੇ ਕੋਈ ਲਾਭ ਲੈ ਸਕੇ ਤਾਂ ਧੰਨਵਾਦੀ ਹੋਵਾਂਗੇ। ਅਤੇ ਜੇ ਸਾਡੇ ਵੱਲੋਂ ਕੋਈ ਗਲਤੀ ਹੋ ਗਈ ਹੋਵੇ, ਕੋਈ ਤੁਹਾਡੇ ਈਮੇਲ ਭਾਈ ਸਾਹਿਬ ਜੀ ਦੱਸ ਦਿਓ। ਉਹ asm@sikhchannel.tv, ਉਹ 'ਤੇ ਸਾਨੂੰ ਤੁਸੀਂ ਆਪਣੀ ਫੀਡਬੈਕ, ਆਪਣੇ ਸਵਾਲ ਜਾਂ ਜੋ ਵੀ ਤੁਸੀਂ ਸਾਡੇ ਨਾਲ ਸਾਂਝਾ ਕਰਨਾ ਚਾਹੁੰਦੇ ਹੋਵੋ, ਉਹ ਸਾਨੂੰ ਜ਼ਰੂਰ ਭੇਜਿਓ। ਜੇ ਤੁਹਾਨੂੰ ਸਾਡਾ ਪ੍ਰੋਗਰਾਮ ਚੰਗਾ ਨਹੀਂ ਲੱਗਾ ਤਾਂ ਫਿਰ ਤੁਸੀਂ ਹਰ ਹਾਲਤ ਵਿੱਚ ਭੇਜਿਓ, ਤਾਂ ਕਿ ਸਾਨੂੰ ਪਤਾ ਲੱਗੇ ਕਿ ਅਸੀਂ ਕਿੱਥੇ ਗਲਤੀ ਕੀਤੀ ਹੈ। ਸੋ ਦੁਬਾਰਾ ਮੈਂ ਰਿਪੀਟ ਕਰ ਦੇਵਾਂ, ਈਮੇਲ ਹੈ asm@sikhchannel.tv। ਉਹਦੇ ਉੱਤੇ ਸਾਨੂੰ ਫੀਡਬੈਕ ਭੇਜ ਦੇਣੀ, ਚੰਗੀ ਹੈ ਮਾੜੀ ਹੈ, ਕਿੱਦਾਂ ਗਾਂਹ ਕੀ ਪ੍ਰੋਗਰਾਮ ਤੁਸੀਂ ਕਰਨੇ ਸਾਤੋਂ ਭਾਈ ਸਾਹਿਬ ਤੋਂ ਸੁਣਨਾ ਚਾਹੋਗੇ। ਅਤੇ ਇਹ ਪ੍ਰੋਗਰਾਮ ਕਰਦੇ ਹਾਂ ਸਾਤੋਂ ਪਿਛਲੇ 4-5 ਹਫ਼ਤੇ ਤੋਂ ਕੋਈ ਗਲਤੀ ਹੋ ਗਈ, ਉਹਦੀ ਸਮੁੱਚੇ ਤੌਰ 'ਤੇ ਭਾਈ ਸਾਹਿਬ ਜੀ ਮਾਫੀ ਮੰਗ ਲੈਂਦੇ ਹਾਂ। ਅੱਗੇ ਕਿਹੜੇ ਪ੍ਰੋਗਰਾਮ ਕਰਨੇ, ਕੀ ਹੋਣਾ ਹੈ, ਉਹ ਸਤਿਗੁਰੂ ਜਾਣਦਾ ਹੈ। ਉਹਦੀ ਬਖਸ਼ਿਸ਼ ਦੇ ਨਾਲ ਦੁਬਾਰਾ ਫਿਰ ਅਸੀਂ ਆਪ ਜੀ ਦੇ ਚਰਨਾਂ ਵਿੱਚ ਹਾਜ਼ਰ ਹੋਵਾਂਗੇ। ਇਹਦੇ ਨਾਲ ਅੱਜ ਦਾ ਜੋ ਮਿਨੀ ਸੀਰੀਅਲ ਸੀਗਾ ਉਹ ਸਮਾਪਤ ਹੁੰਦਾ ਹੈ। ਸਿੱਖ ਚੈਨਲ ਤੁਹਾਡਾ ਆਪਣਾ ਚੈਨਲ, ਇਹਦੇ ਨਾਲ ਜੁੜੇ ਰਹਿਣਾ। ਭਾਈ ਸਾਹਿਬ ਜੀ ਫਤਿਹ ਬੁਲਾਉਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।